श्री वाहिगुरु साहिब जीओ। पैरो महला पंजवा। अष्टपदियाँ कार दूजा। इको ओंकार सतगुर प्रसाद। जिस नाम हृदय सोई वड राजा। जिस नाम हृदय तिस पूरे काजा। जिस नाम हृदय सोई वड राजा। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगे अटल शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़ी प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाए जियो। सतगुਰਾਂ ਦੀ पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। पैरो महला पंजवा। राग भैरों के अंदर पंजवें स्वरूप धन श्री गुरु अर्जन देव साहब जी महाराज। अष्टपदियाँ अठ अठ पदां वाली गुरबाणी उच्चारण कर रहे हैं। कार दूजा दूसरे सुरताल दे विच उच्चार रहे ने। एक ओंकार अद्विती ब्रह्म। एक दा मतलब अद्विती ब्रह्म जिहदे वर्गा दूजा कोई होर नहीं है। ओंकार का मतलब सर्व दा प्रकाशक सतगुर प्रसाद। जो सतगुਰਾਂ की कृपा द्वारा प्राप्त होंदा है। जिस नाम हृदय सोई वड राजा। गुरसिखां ने बेनती की कि हे सतगुरु जी परमात्मा दे नाम जपण का की लाभ है ਅਤੇ ਨਾਮ ਤੋਂ ਬਿਨਾਂ ਕੀ ਘਾਟਾ ਹੈ। ਤਾਂ ਸਤਿਗੁਰੂ ਜੀ ਨਾਮ ਦੀ ਮਹਿਮਾ ਦਰਸਾਉਂਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ हे ਭਾਈ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ। ਸਾਡੇ ਸਿਧਾਂਤ ਮੁਤਾਬਕ ਉਹੀ ਵੱਡਾ ਰਾਜਾ ਪਾਤਸ਼ਾਹ ਹੈ। राज लीला तेरा नाम बनाई जोग बनिया तेरा कीर्तन गाई। सर्व सुखा ओले भ्रम के परदे सतगुर खोले। अर्थात जिमें राजियां कोल माया के खजाने हुंदे ने। चार प्रकार की पैदल घोड़सवार रथां ते हाथियों वाली फौज हुंदी है। राजे आप सुख पालकी विच स्थित हुंदे ने अपनी प्रजा की राखी करते ने। चोर आदिकां नूं पकड़ के डंड दिंदे ने। ये राजियां दे गुण हन।
ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਸਿਮਰਨ ਵਾਲੇ ਕੋਲ 9 ਨਿਧੀਆਂ 18 ਸਿੱਧੀਆਂ ਇਹਦੇ ਖਜ਼ਾਨੇ ਨੇ। ਨਿਸ਼ਕਾਮਤਾ ਰੂਪ ਪੈਦਲ ਫੌਜ, ਸ਼ਰਵਣ ਰੂਪ ਘੋੜ ਅਸਵਾਰੀ ਫੌਜ, ਰੂਪ ਰਥਾਂ ਵਾਲੀ ਫੌਜ ਅਤੇ ਨਿਧਿਆਸਨ ਰੂਪ ਹਾਥੀਆਂ ਵਾਲੀ ਫੌਜ ਹੈ। ਤਤ ਤਵੰ ਪਦ ਸੰਸ਼ੋਧਨ ਕਰਨ ਰੂਪ ਸੁਖ ਪਾਲਕੀਆਂ ਵਿੱਚ ਬਿਰਾਜਮਾਨ ਹੁੰਦਾ ਹੈ। ਆਪਣੀ ਸ਼ੁਭ ਗੁਣ ਜਾਂ ਸੰਗਤ ਰੂਪ ਪਰਜਾ ਦੀ ਰਾਖੀ ਕਰਦਾ ਹੈ ਅਤੇ ਕਾਮ ਆਦਿਕ ਚੋਰਾਂ ਨੂੰ ਪਕੜ ਕੇ ਮਾਰਨਾ ਕਰਦਾ ਹੈ। ਇਸ ਪ੍ਰਕਾਰ ਨਾਮ ਜਪਣ ਵਾਲਾ ਹੀ ਅਸਲ ਰਾਜਾ ਹੈ। ਜਿਸ ਨਾਮ ਹਿਰਦੈ ਤਿਸ ਪੂਰੇ ਕਾਛਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਦੇ ਵਿਵਹਾਰਕ ਪਰਮਾਰਥ ਆਦਿਕ ਦੇ ਸਾਰੇ ਕੰਮ ਸੰਪੂਰਨ ਹੁੰਦੇ ਹਨ। ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਨੇ ਮਨ ਨੂੰ ਕਰੋੜਾਂ ਹੀ ਗਿਣਤੀ ਦਾ ਧਨ ਪਾ ਲਿਆ ਹੈ, ਜਾਂ ਉਸ ਨੇ ਕਰੋੜਾਂ ਹੀ ਧਨ ਦੇ ਖਜ਼ਾਨੇ ਪਾ ਲਏ ਹਨ। ਨਾਮ ਬਿਨਾ ਜਨਮ ਬਿਰਥਾ ਜਾਏ। ਪਰ ਜੋ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੈ, ਉਸ ਦਾ ਅਮੋਲਕ ਮਨੁੱਖਾ ਜਨਮ ਵਿਸ਼ਿਆਂ ਵਿੱਚ ਲੱਗ ਕੇ ਵਿਅਰਥ ਹੀ ਚਲਾ ਜਾਂਦਾ ਹੈ। ਤਿਸ ਸਾਲਾਹੀ ਜਿਸ ਹਰ ਧਨ ਰਾਸ। ਜੋ ਉਸ ਸਤਿਗੁਰਾਂ ਨੂੰ ਸਲਾਹੁਣਾ ਕਰੋ, ਇਹ ਭਾਈ ਗੁਰਮੁਖੋ, ਜਿਸ ਦੇ ਪਾਸੋਂ ਹਰੀ ਪ੍ਰਮਾਤਮਾ ਦੇ ਨਾਮ ਰੂਪੀ ਧਨ ਦੀ ਪੂੰਜੀ ਪ੍ਰਾਪਤ ਹੁੰਦੀ ਹੈ। ਇਸੇ ਪ੍ਰਕਾਰ ਤਿਸ ਸਾਲਾਹੀ ਜਿਸ ਹਰ ਧਨ ਰਾਸ। ਉਸ ਗੁਰਮੁਖ ਨੂੰ ਸਲਾਹੁਣਾ ਕਰੋ, ਜਿਸ ਪਾਸ ਹਰੀ ਦੇ ਨਾਮ ਰੂਪ ਧਨ ਦੀ ਪੂੰਜੀ ਹੈ। ਸੋ ਵੱਡ ਭਾਗੀ ਜਿਸ ਗੁਰ ਮਸਤਕ ਹਾਥਾ। ਉਹ ਮਨੁੱਖ ਵੱਡੇ ਭਾਗਾਂ ਵਾਲਾ ਹੈ, ਜਿਸ ਦੇ ਮੱਥੇ ਉੱਪਰ ਗੁਰਾਂ ਦਾ ਕਿਰਪਾ ਰੂਪੀ ਹੱਥ ਰੱਖਿਆ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਦੇ ਪਾਸ ਕਈ ਕਰੋੜਾਂ ਹੀ ਫੌਜਾਂ ਵਰਗਾ ਬਲ ਹੁੰਦਾ ਹੈ, ਜਾਂ ਉਸ ਦੇ ਪਾਸ ਵਿਵੇਕ ਆਦਿਕ ਦੇ ਕਿਲੇ ਅਤੇ ਸ਼੍ਰਵਣ ਮੰਨਣ ਰੂਪ ਕਈ ਪ੍ਰਕਾਰ ਦੀ ਫੌਜ ਹੈ। ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਉਹ ਸੁਭਾਵਿਕ ਹੀ ਸੁੱਖਾਂ ਦਾ ਘਰ ਬਣ ਜਾਂਦਾ। ਭਾਵ ਸੁਖ ਹੀ ਸੁਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਜਿਸ ਨਾਮ ਹਿਰਦੈ ਸੋ ਸੀਤਲ ਹੁਆ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਉਸ ਦਾ ਹਿਰਦਾ ਕ੍ਰੋਧ ਤ੍ਰਿਸ਼ਨਾ ਆਦਿਕ ਦੀ ਅੱਗ ਵੱਲੋਂ ਠੰਡਾ ਹੋ ਗਿਆ ਹੈ। ਨਾਮ ਬਿਨਾ ਤ੍ਰਿਗ ਜੀਵਨ ਮੁਆ। ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਵੱਲੋਂ ਮਰੀ ਹੋਈ ਮਨੁੱਖ ਦਾ ਜੀਵਨ ਤਿਰਕਾਰ ਯੋਗ ਹੈ, ਜਾਂ ਜੋ ਪਰਮਾਤਮਾ ਦੇ ਨਾਮ ਤੋਂ ਬਿਨਾ ਹੈ, ਉਸ ਦਾ ਜੀਵਨ ਤਿਰਕਾਰ ਯੋਗ ਹੈ ਅਤੇ ਉਹ ਸਦਾ ਜੰਮਦਾ ਤੇ ਮਰਦਾ ਹੀ ਰਹਿੰਦਾ ਹੈ। ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ,
ਉਹ ਜਿਉਂਦਾ ਹੀ ਮੁਕਤ ਸਰੂਪ ਹੈ। ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਜਿਸ ਨਾਮ ਰਤੈ ਤਿਸ ਸਭ ਹੀ ਜੁਗਤਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਨੂੰ ਹੀ ਯੋਗ ਵਿਦਾਂਤ ਸ਼ਾਸਤਰਾਂ ਆਦਿਕ ਦੀਆਂ ਸਾਰੀਆਂ ਜੁਗਤੀਆਂ ਆਉਂਦੀਆਂ ਹਨ। ਜਿਸ ਨਾਮ ਹਿਰਦੈ ਤਿਨ ਨੌ ਨਿਧ ਪਾਈ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਨੇ 9 ਖਜ਼ਾਨਿਆਂ ਦੀ ਵੀ ਪ੍ਰਾਪਤੀ ਕਰ ਲਈ ਹੈ। ਨਾਮ ਬਿਨਾ ਭ੍ਰਮ ਆਵੈ ਜਾਈ। ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਭਰਮ ਦੇ ਵਿੱਚ ਪਿਆ ਹੋਇਆ ਸੰਸਾਰ ਦੇ ਵਿੱਚ ਆਉਂਦਾ ਜਾਂਦਾ, ਜੰਮਦਾ ਮਰਦਾ ਹੀ ਰਹਿੰਦਾ ਹੈ। ਜਿਸ ਨਾਮ ਹਿਰਦੈ ਸੋਭੇ ਪਰਵਾਹ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਸੋ ਉਹ ਮਨੁੱਖ ਬੇਮੁਹਤਾਜ ਹੋ ਜਾਂਦਾ ਹੈ। ਜਿਸ ਨਾਮ ਹਿਰਦੈ ਤਿਸ ਸਦ ਹੀ ਲਾਹਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਮਨੁੱਖ ਨੂੰ ਹਮੇਸ਼ਾ ਲਾਭ ਹੀ ਲਾਭ ਹੈ, ਜਾਂ ਉਸ ਮਨੁੱਖ ਨੂੰ ਹੀ ਸਦਾ ਜੀਵਨ ਮੁਕਤੀ ਦਾ ਲਾਹਾ ਪ੍ਰਾਪਤ ਹੁੰਦਾ ਹੈ। ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਦਾ ਸ਼ੁਭ ਗੁਣਾ ਰੂਪ ਵੱਡਾ ਪਰਿਵਾਰ ਹੁੰਦਾ ਹੈ। ਨਾਮ ਬਿਨਾ ਮਨ ਮੁਖ ਗਵਾਰਾ। ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਮਨ ਦੇ ਮਗਰ ਚੱਲਣ ਵਾਲਾ ਅਤੇ ਬੇਸਮਝ ਹੀ ਰਹਿੰਦਾ ਹੈ। ਜਿਸ ਨਾਮ ਹਿਰਦੈ ਤਿਸ ਨਿਹ ਚਲ ਆਸਣ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਦਾ ਅਚਲ ਸਰੂਪ ਦੇ ਵਿੱਚ ਆਸਣ ਹੈ। ਭਾਵ ਉਹ ਬ੍ਰਹਮ ਦੇ ਵਿੱਚ ਸਥਿਤੀ ਪਾਉਣਾ ਕਰਦਾ ਹੈ। ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਦਾ ਸਰੂਪ ਰੂਪੀ ਸਿੰਘਾਸਨ ਉੱਪਰ ਨਿਵਾਸ ਹੁੰਦਾ ਹੈ। ਜਿਸ ਨਾਮ ਹਿਰਦੈ ਸੋ ਸਾਚਾ ਸਾਹੋ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਉਹੀ ਸੱਚਾ ਸ਼ਾਹੂਕਾਰ ਹੈ। ਭਾਵ ਉਸ ਪਾਸ ਨਾਮ ਰੂਪ ਧਨ ਦਾ ਖਜ਼ਾਨਾ ਹੁੰਦਾ ਹੈ। ਨਾਮਹੀਣ ਨਾਹੀ ਪਤ ਵਿਸਾਹੋ। ਪਰ ਜੋ ਮਨੁੱਖ ਪਰਮਾਤਮਾ ਦੇ ਨਾਮ ਤੋਂ ਰਹਿਤ ਹੈ, ਉਸ ਦੀ ਨਾ ਹੀ ਲੋਕ ਪਰਲੋਕ ਵਿੱਚ ਇੱਜ਼ਤ ਹੁੰਦੀ ਹੈ ਅਤੇ ਨਾ ਹੀ ਉਸ ਦਾ ਕੋਈ ਭਰੋਸਾ ਇਤਬਾਰ ਕਰਦਾ ਹੈ। ਜਿਸ ਨਾਮ ਹਿਰਦੈ ਸੋ ਸਭ ਮਹ ਜਾਤਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਸੋ ਉਹ ਸਾਰੇ ਲੋਕਾਂ ਵਿੱਚ ਜਾਣਿਆ ਜਾਂਦਾ ਹੈ। ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਉਹ ਮਨੁੱਖ ਪੂਰਨ ਫਲ ਪ੍ਰਦਾਤੇ ਵਿਆਪਕ ਪ੍ਰਭੂ ਦਾ ਹੀ ਸਰੂਪ ਹੋ ਜਾਂਦਾ ਹੈ। ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਉਹ ਮਨੁੱਖ ਸਾਰੇ ਦੇਵੀ ਦੇਵਤਿਆਂ ਤੋਂ ਵੀ ਉੱਚਾ ਸ੍ਰੇਸ਼ਟ ਹੈ। ਉਹ ਸਭ ਤੇ ਉੱਚਾ
ਸਭ ਤੇ ਸੋਚਾ, ਜਾ ਕੈ ਹਿਰਦੈ ਵਸਿਆ ਭਗਵਾਨ। ਨਾਮ ਬਿਨਾ ਬ੍ਰਹਮ ਜੋਨੀ ਬੂਝਾ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਮੋਚਾ ਬਹੁਤ ਸਾਰੀਆਂ ਜੂਨਾਂ ਵਿੱਚ ਹੀ ਭਰਮ ਦਾ ਭਟਕਦਾ ਰਹਿੰਦਾ ਹੈ। ਭਰਮ ਕਰਕੇ ਬੇਅੰਤ ਜੂਨਾਂ ਵਿੱਚ ਪੈ ਕੇ ਮੋਚਾ ਕੱਟਿਆ ਜਾਂਦਾ, ਮਾਰਿਆ ਜਾਂਦਾ ਹੈ। ਗੌੜੀ ਮਹੱਲਾ ਪੰਜਵਾ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਿਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ ਰਹਾਉ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰਿ ਉਪਾਇਆ, 184 ਹੀ ਜੋਨ ਪਰਮਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤਿ। ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰਹਿ ਦਰਗਹਿ ਪਰਮਾਨ। ਸੋ ਕਿਰਤ ਕਰਮ ਕੀ ਵਿਛੁੜੇ, ਕਰ ਕਿਰਪਾ ਮਿਲੋ ਰਾਮ। ਸੋ ਚਾਰ ਕੁੰਡ ਦਹ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਇਉਂ ਜੂਨਾਂ 'ਚ ਪੈ ਕੇ ਚੌਂ ਕੁੰਡਾਂ ਵਾਲੇ ਸੰਸਾਰ ਦੇ ਵਿੱਚ ਭਰਮਦੇ ਰਹਿੰਦੇ ਨੇ ਵਾਹਿਗੁਰੂ ਦੇ ਨਾਮ ਤੋਂ ਬਗੈਰ। ਜਿਸ ਨਾਮ ਰਤਾ ਤਿਸ ਪ੍ਰਗਟ ਪਹਾਰਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਦਾ ਜਸ ਪਹਾਰਾ ਸੰਸਾਰ ਦੇ ਪਸਾਰੇ ਵਿੱਚ ਪ੍ਰਗਟ ਪ੍ਰਤੱਖ ਹੋ ਜਾਂਦਾ ਹੈ। ਭਾਵ ਲੁਕਿਆ ਛਿਪਿਆ ਨਹੀਂ ਰਹਿੰਦਾ। ਜਿਸ ਨਾਮ ਰਤਾ ਤਿਸ ਮਿਟਿਆ ਅੰਧਾਰਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਤਿਸ ਦਾ ਅਗਿਆਨ ਦਾ ਜੋ ਹਨੇਰਾ ਹੈ ਉਹ ਮਿਟ ਗਿਆ ਹੈ। ਜਿਸ ਨਾਮ ਰਤਾ ਸੋ ਪੁਰਖ ਪਰਵਾਣ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਉਹ ਮਨੁੱਖ ਪਰਮਾਤਮਾ ਦੀ ਦਰ ਉੱਪਰ ਪ੍ਰਵਾਨਿਕ ਹੈ। ਨਾਮ ਬਿਨਾ ਫਿਰ ਆਵਣ ਜਾਣ। ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਮੁੜ ਮੁੜ ਸੰਸਾਰ ਵਿੱਚ ਆਉਣਾ ਜਾਣਾ, ਜੰਮਣਾ ਮਰਨਾ ਹੀ ਬਣਿਆ ਰਹਿੰਦਾ ਹੈ। ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ। ਇਹ ਭਾਈ ਪਰ ਤਿਸ ਮਨੁੱਖ ਨੇ ਹੀ ਪਰਮਾਤਮਾ ਦਾ ਨਾਮ ਪਾਇਆ ਹੈ, ਜਿਸ ਉੱਪਰ ਪਰਮਾਤਮਾ ਆਪ ਮਿਹਰਬਾਨ ਹੋਇਆ ਹੈ। ਸਾਧ ਸੰਗਤ ਮਹਿ ਲਖੇ ਗੋਪਾਲ। ਉਹ ਮਨੁੱਖ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ 'ਚ ਮਿਲ ਕੇ ਗੋਪਾਲ ਪਰਮਾਤਮਾ ਨੂੰ ਲਖੇ ਜਾਣ ਲੈਂਦਾ ਹੈ। ਆਵਣ ਜਾਣ ਰਹੇ ਸੁਖ ਪਾਇਆ। ਉਹ ਸੰਸਾਰ ਦੇ ਵਿੱਚ ਆਉਣ ਜਾਣ ਭਾਵ ਜੰਮਣ ਮਰਨ ਵੱਲੋਂ ਰਹਿਤ ਹੋ ਗਿਆ ਹੈ ਅਤੇ ਉਸਨੇ ਆਤਮਿਕ ਸੁਖ ਪਾਇਆ ਹੈ। ਕਹੋ ਨਾਨਕ ਤਤੈ ਤਤ ਮਿਲਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਇਸ ਪ੍ਰਕਾਰ ਪਰਮਾਤਮਾ ਦੇ ਨਾਮ ਨੇ ਜੀਵ ਆਤਮਾ ਨੂੰ ਤਤੈ ਸਾਰ ਰੂਪ ਪ੍ਰਭੂ ਦੇ ਵਿੱਚ ਮੇਲ ਦਿੱਤਾ ਹੈ। ਪੈਰੋ ਮਹਲਾ ਪੰਜਵਾ। ਇਹ ਸਤਿਗੁਰੂ ਜੀ ਪਰਮਾਤਮਾ ਕੈਸਾ ਹੈ ਤਾਂ ਭੈਰੋ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਉੱਤਰ ਬਖਸ਼ਦੇ ਨੇ। ਰਹਾਉ ਵਾਲੀ ਪੰਕਤੀ ਪਹਿਲਾਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ, ਜਲਦੀ ਸਮਝ ਆਉਂਦੀ ਹੈ। ਐਸੋ ਧਣੀ ਗੋਵਿੰਦ ਹਮਾਰਾ। ਇਹ ਭਾਈ ਸਾਡਾ ਪਰਮਾਤਮਾ ਅਜਿਹਾ ਮਾਲਕ ਹੈ ਕਿ ਵਰਨ ਨ ਸਕੋ
ਵਿਸਥਾਰਾ। ਜਿਸ ਦੇ ਗੁਣਾਂ ਦਾ ਵਿਸਤਾਰ ਅਸੀਂ ਸ਼ਕਤੀ ਮਿਰਤੀ ਕਰਕੇ ਵਰਣਨ ਨਹੀਂ ਕਰ ਸਕਦੇ। ਰਹਾਉ ਇਹ ਰਹਾਉ ਵਾਲੀ ਪੰਕਤੀ ਹੈ। ਹੁਣ ਪ੍ਰਾਰੰਭ ਤੋਂ ਸੁਣੋ ਅੱਗੇ। ਕੋਟ ਬਿਸਨ ਕੀਨੇ ਅਵਤਾਰ। ਉਹ ਪ੍ਰਭੂ ਐਸਾ ਹੈ ਜਿਸ ਨੇ ਕਰੋੜਾਂ ਹੀ ਵਿਸ਼ਨੂੰ ਦੇ ਅਵਤਾਰ ਪੈਦਾ ਕੀਤੇ ਹਨ। ਕੋਟ ਬ੍ਰਹਮੰਡ ਜਾ ਕੇ ਧਰਮਸਾਲ। ਕਰੋੜਾਂ ਹੀ ਬ੍ਰਹਮੰਡ ਜਿਸ ਪ੍ਰਭੂ ਦੇ ਧਰਮ ਦੇ ਸਥਾਨ ਬਣਾਏ ਹੋਏ ਹਨ। ਕੋਟ ਮਹੇਸ਼ ਉਪਾਏ ਸਮਾਏ। ਕਰੋੜਾਂ ਹੀ ਸ਼ਿਵ ਜੀ ਪੈਦਾ ਕਰਕੇ ਨਾਸ਼ ਕੀਤੇ ਨੇ ਜਾਂ ਪੈਦਾ ਕੀਤੇ ਨਾਸ਼ ਕਰਨ ਵਾਸਤੇ ਕਰੋੜਾਂ ਹੀ ਸ਼ਿਵ ਜੀ ਰਚੇ ਹਨ। ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਹੀ ਬ੍ਰਹਮੇ ਸੰਸਾਰ ਨੂੰ ਰਚਣ ਲਈ ਬਣਾਉਣ ਲਈ ਲਾਏ ਹੋਏ ਹਨ। ਐਸੋ ਧਣੀ ਗੋਬਿੰਦ ਹਮਾਰਾ। ਇਹ ਭਾਈ ਸਾਡਾ ਪ੍ਰਿਥਵੀ ਦਾ ਰੱਖਿਅਕ ਪਰਮਾਤਮਾ ਅਜਿਹਾ ਮਾਲਕ ਹੈ। ਵਰਣਨ ਸਕਾ ਗੁਣ ਵਿਸਥਾਰਾ। ਜਿਸ ਦੇ ਗੁਣਾਂ ਦਾ ਵਿਸਤਾਰ ਅਸੀਂ ਵਰਣਨ ਨਹੀਂ ਕਰ ਸਕਦੇ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕੋਟ ਮਾਇਆ ਜਾ ਕੈ ਸੇਵਕਾਏ। ਕਰੋੜਾਂ ਹੀ ਦੇ ਪਾਸ ਸੇਵਾ ਕਰਨ ਵਾਲੀਆਂ ਦਾਸੀਆਂ ਰੱਖੀਆਂ ਹੋਈਆਂ ਹਨ। ਕੋਟ ਜੀਆ ਜਾ ਕੀ ਸਹਜਾਏ। ਸਹਿਜਾਏ ਇਹ ਸੰਬੰਧਕ ਕਰੋੜਾਂ ਹੀ ਜੀਵਾਂ ਦੇ ਜੀ ਹਿਰਦੇ ਜਿਸ ਪ੍ਰਭੂ ਦੀ ਸਹਿਜਾਏ ਸਹਿਜਾਏ ਸਹਿਜਾ ਹੈ ਜਾਂ ਕਰੋੜਾਂ ਹੀ ਸ਼ੇਸ਼ਨਾਗ ਵਰਗੇ ਜੀਵ ਜਿਸ ਪ੍ਰਭੂ ਦੀ ਸਹਿਜਾ ਬਣੇ ਹੋਏ ਹਨ। ਕੋਟ ਉਪਾਰਸਨਾ ਤੇਰਾ ਅੰਗ। ਕਰੋੜਾਂ ਹੀ ਪੈਦਾ ਕੀਤੇ ਹੋਏ ਜੀਵ ਤੇਰੇ ਪਿਆਰੇ ਹਨ। ਕੋਟ ਭਗਤ ਬਸਤ ਹਰ ਸੰਗ। ਕਰੋੜਾਂ ਹੀ ਭਗਤ ਸੇਵਕ ਹਰੀ ਪਰਮਾਤਮਾ ਦੇ ਨਾਲ ਵਸਦੇ ਹਨ। ਕੋਟ ਛਤਰਪਤ ਕਰਤ ਨਮਸਕਾਰ। ਕਰੋੜਾਂ ਹੀ ਛਤਰਧਾਰੀ ਚੱਕਰਵਰਤੀ ਰਾਜੇ ਉਸ ਪ੍ਰਭੂ ਨੂੰ ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਂ ਬਾਰ ਬੰਦਨਾ ਕਰਦੇ ਨੇ। ਕੋਟ ਇੰਦਰ ਠੰਡੇ ਹੈ ਦਵਾਰ। ਕਰੋੜਾਂ ਹੀ ਇੰਦਰ ਵਰਗੇ ਸਵਰਗਾਂ ਦੇ ਰਾਜੇ ਉਸ ਦੇ ਦਰਵਾਜ਼ੇ ਤੇ ਖੜੇ ਹਨ। ਕੋਟ ਬੈਕੁੰਠ ਜਾਂ ਕੀ ਦ੍ਰਿਸ਼ਟੀ ਮਾਹੇ। ਕਰੋੜਾਂ ਹੀ ਸਵਰਗ ਬੈਕੁੰਠ ਵਿਸ਼ਨੂੰ ਦੀ ਪੁਰੀ ਜਿਸ ਪ੍ਰਭੂ ਦੀ ਨਜ਼ਰ ਧਿਆਨ ਦੇ ਵਿੱਚ ਹੀ ਹਨ। ਕੋਟ ਨਾਮ ਜਾ ਕੀ ਕੀਮਤ ਨਾਹੇ। ਉਸ ਪ੍ਰਭੂ ਦੇ ਕਰੋੜਾਂ ਹੀ ਨਾਮ ਹਨ ਜਿਨ੍ਹਾਂ ਨਾਮਾਂ ਦੀ ਕੋਈ ਵੀ ਕੀਮਤ ਨਹੀਂ ਪਾ ਸਕਦਾ। ਕੋਟ ਪੂਰੀਅਤ ਹੈ ਜਾ ਕੈ ਨਾਦ। ਜਿਸ ਦੇ ਦੁਆਰੇ ਤੇ ਕਰੋੜਾਂ ਹੀ ਬਾਜੇ ਪੂਰੇ ਜਾਂਦੇ ਹਨ ਜਿਸ ਪ੍ਰਭੂ ਦੇ ਸੋ ਮਹਾਰਾਜ ਕਹਿੰਦੇ ਨੇ। ਕੋਟ ਅਖਾਰੇ ਚਲਤ ਬਿਸਮਾਦ। ਕਰੋੜਾਂ ਹੀ ਅਖਾੜੇ ਸਮਾਗਮ ਚੱਲਦੇ ਨੇ ਭਾਵ ਕਰੋੜਾਂ ਹੀ ਸਭਾਵਾਂ ਲੱਗੀਆਂ ਜਾਂ ਕਰੋੜ ਹਿਰਦੇ ਰੂਪ ਕੁਸ਼ਤੀ ਦੇ ਅਖਾੜੇ ਸਥਾਨ ਉੱਪਰ ਵਿਵੇਕ ਅਤੇ ਮੋਹ ਦਾ ਯੁੱਧ ਹੋ ਰਿਹਾ ਹੈ ਅਤੇ ਕਰੋੜਾਂ ਹੀ ਉਸ ਪ੍ਰਭੂ ਦੇ ਅਚਰਜ ਕੌਤਕ ਹੋ ਰਹੇ ਹਨ। ਕੋਟ ਸੰਗਤ ਸਿਵ ਆਗੇ ਆਕਾਰ। ਕਰੋੜਾਂ ਹੀ ਸ਼ਕਤੀਆਂ ਪਾਰਵਤੀਆਂ ਅਤੇ ਸ਼ਿਵ ਜੀ ਆਦਿਕ ਪ੍ਰਕਿਰਤੀ ਤੇ ਪੁਰਖ ਸਾਰੇ ਉਸ ਦੀ ਆਗਿਆ ਮੰਨਣ ਵਾਲੇ ਹਨ। ਕੋਟ ਜੀਆ ਦੇਵ ਆਧਾਰ। ਉਹ ਪ੍ਰਭੂ ਕਰੋੜਾਂ ਹੀ ਜੀਵਾਂ ਨੂੰ ਆਸਰਾ ਦੇਣਾ ਕਰਦਾ ਹੈ। ਕੋਟ ਤੀਰਥ ਜਾ ਕੇ
ਜਿਸ ਪ੍ਰਭੂ ਦੇ ਚਰਨਾਂ ਦੇ ਵਿੱਚ ਹੀ ਮੌਜੂਦ ਹਨ। ਕੋਟ ਪਵਿੱਤਰ ਜਪਤ ਨਾਮ ਚਾਰ, ਉਸ ਪ੍ਰਭੂ ਦਾ ਸੁੰਦਰ ਨਾਮ ਜਪਦਿਆਂ ਹੋਇਆਂ ਕਰੋੜਾਂ ਹੀ ਜੀਵ ਪਵਿੱਤਰ ਸ਼ੁੱਧ ਨਿਰਮਲ ਜੀਵਨ ਵਾਲੇ ਹੋਏ ਹਨ। ਕੋਟ ਪੁਜਾਰੀ ਕਰਤੇ ਪੂਜਾ, ਕਰੋੜਾਂ ਹੀ ਪੂਜਾ ਕਰਨ ਵਾਲੇ ਲੋਕ ਉਸ ਪ੍ਰਭੂ ਦੀ ਪੂਜਾ ਕਰਦੇ ਹਨ। ਕੋਟ ਬਿਸਤਾਰਨ ਅਵਰ ਨਾ ਦੂਜਾ, ਕਰੋੜਾਂ ਹੀ ਗੁਣ ਉਸ ਪ੍ਰਭੂ ਦਾ ਵਿਸਤਾਰ ਹੈ। ਕਰੋੜਾਂ ਗੁਣ ਹੀ ਉਸ ਪ੍ਰਭੂ ਦਾ ਵਿਸਤਾਰ ਹੈ। ਉਸ ਵਰਗਾ ਹੋਰ ਕੋਈ ਦੂਜਾ ਨਹੀਂ ਹੈ। ਕੋਟ ਮਹਿਮਾ ਜਾ ਕੀ ਨਿਰਮਲ ਹੰਸ, ਹੰਸਾ ਅਵਤਾਰ, ਹੰਸ ਹੰਸ ਦੀ ਅਸਵਾਰੀ ਕਰਨ ਵਾਲੀ ਬ੍ਰਹਮਾ ਆਦਿਕ ਕਰੋੜਾਂ ਹੀ ਜਿਸ ਪ੍ਰਭੂ ਦੀ ਉਜਲ ਮਹਿਮਾ ਚਾਰ ਵੇਦਾਂ ਦੇ ਸਹਿਤ ਜਾ ਕੀ ਕਰਤ ਬ੍ਰਹਮੰਸ, ਬ੍ਰਹਮੰਸ ਬ੍ਰਹਮਾ ਦੀ ਅੰਸ਼, ਸਨਕ ਸਨੰਦਨ ਸਨਾਤਨ ਸਨਤ ਕੁਮਾਰ ਨਾਰਦ ਮੁਨੀ ਬਾਲ ਖੇਲ ਆਦਿਕ ਕਰੋੜਾਂ ਹੀ ਉਹ ਬ੍ਰਹਮਾ ਦੀ ਅੰਸ਼ ਜਾਂ ਬ੍ਰਹਮ ਰਖੀ ਜਿਸ ਪ੍ਰਭੂ ਦੀ ਉਸਤਤ ਵਡਿਆਈ ਕਰਦੇ ਹਨ। ਕੋਟ ਪਰ ਲੋਇਉਪਤ ਨਿਮਖ ਮਹੇ, ਹੇ ਪ੍ਰਭੂ ਤੂੰ ਕੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਕਰੋੜਾਂ ਹੀ ਪਰਲੋ ਤੇ ਉਤਪਤੀਆਂ ਕਰ ਦਿੰਦਾ ਹੈ। ਕੋਟ ਗੁਣ ਤੇਰੇ ਗਣੇ ਨ ਜਾਹੇ, ਤੇਰੇ ਵਿੱਚ ਕਰੋੜਾਂ ਹੀ ਗੁਣ ਨੇ ਜੋ ਕਿਸੇ ਕੋਲੋਂ ਵੀ ਗਿਣੇ ਨਹੀਂ ਜਾ ਸਕਦੇ। ਕੋਟ ਗਿਆਨੀ ਕਥ ਹੈ ਗਿਆਨ, ਕਰੋੜਾਂ ਹੀ ਗਿਆਨਵਾਨ ਪੁਰਖ ਤੇਰੇ ਨਿਰਗੁਣ ਸਰੂਪ ਦੇ ਗਿਆਨ ਦਾ ਕਥਨ ਕਰਦੇ ਹਨ। ਕੋਟ ਧਿਆਨੀ ਧਰਤ ਧਿਆਨ, ਕਰੋੜਾਂ ਹੀ ਧਿਆਨ ਲਾਉਣ ਵਾਲੇ ਤੇਰੇ ਸਰਗੁਣ ਸਰੂਪ ਦਾ ਧਿਆਨ ਧਰਦੇ ਹਨ। ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ, ਤੇ ਜੋਗੀ ਰਹਿਤ ਜੁਗਤਾ। ਇਉਂ ਮਹਾਰਾਜ ਨੇ ਬਚਨ ਕੀਤੇ ਨੇ, ਕਰੋੜਾਂ ਹੀ ਐਸੇ ਨੇ। ਕੋਟ ਤਪੀਸਰ ਤਪ ਹੀ ਕਰਤੇ, ਕਰੋੜਾਂ ਹੀ ਤਪ ਕਰਨ ਵਾਲੇ ਤੇਰੀ ਪ੍ਰਾਪਤੀ ਲਈ ਤਪ ਹੀ ਕਰਦੇ ਹਨ। ਕੋਟ ਮੁਨੀਸਰ ਮੌਨ ਮਹ ਰਹਤੇ, ਕਰੋੜਾਂ ਹੀ ਮੁਨੀ ਜਨ ਚੁੱਪ ਦੇ ਵਿੱਚ ਰਹਿੰਦੇ ਹਨ, ਪਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਾਹ ਲਿਵਤਾਰ। ਅਵਗਤ ਨਾਥ ਅਗੋਚਰ ਸੁਆਮੀ, ਇੰਦਰੀਆਂ ਦੇ ਅਵਿਸ਼ੇ ਮਾਲਕ ਪ੍ਰਭੂ ਤੂੰ ਵਿਅਕਤੀਗਤ ਤੋਂ ਰਹਿਤ ਅਬਨਾਸੀ ਅਤੇ ਸਭ ਦਾ ਕਸਮ ਮਾਲਕ ਹੈ। ਪੂਰ ਰਹਿਆ ਕਟ ਅੰਦਰ ਜਾਮੀ, ਹਰੇਕ ਦੇ ਹਿਰਦੇ ਦੇ ਅੰਦਰ ਦੀ ਜਾਣਨ ਵਾਲੇ ਪਰਮਾਤਮਾ ਤੂੰ ਸਭ ਥਾਈਂ ਹੀ ਪੂਰਨ ਵਿਆਪਕ ਹੋ ਰਿਹਾ ਹੈ। ਜਤ ਗਤ ਦੇਖੋ ਤੇਰਾ ਵਾਸਾ, ਹੇ ਪ੍ਰਭੂ ਮੈਂ ਜਿੱਥੇ ਕਿਤੇ ਵੀ ਦੇਖਦਾ ਹਾਂ ਉਥੇ ਤੇਰਾ ਹੀ ਨਿਵਾਸ ਹੈ। ਨਾਨਕ ਕਉ ਗੁਰ ਕੀਓ ਪਰਗਾਸਾ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਂ ਜਾਣਨੋਂ ਗੁਰਾਂ ਨੇ ਹੀ ਇਹ ਗਿਆਨ ਦਾ ਚਾਨਣਾ ਕੀਤਾ ਹੈ। ਭੈਰੋ ਮਹੱਲਾ ਪੰਜਵਾ, ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ। ਸਤਿਗੁਰ ਮੋਕੋ ਕੀਨੋ ਦਾਨ, ਇਹ ਭਾਈ ਸਤਿਗੁਰਾਂ ਨੇ ਮੇਰੇ ਤਾਈਂ ਇਹ ਦਾਨ ਦਾਤ ਬਖਸ਼ਿਸ਼ ਕੀਤੀ ਹੈ। ਕਿਹੜੀ ਦਾਤ ਦਿੱਤੀ ਹੈ? ਅਮੋਲ ਰਤਨ ਹਰ ਦੀਨੋ ਨਾਮ, ਰਤਨ ਮਾਣਕ ਦੀ ਤਰ੍ਹਾਂ ਅਮੋਲਕ ਹਰੀ ਪਰਮਾਤਮਾ ਦਾ ਨਾਮ ਦੇਣਾ ਕੀਤਾ ਹੈ।
ਜਾਂ ਅਮੋਲਕ ਨਾਮ ਰੂਪ ਰਤਨ ਦੇ ਕੇ ਬ੍ਰਹਮ ਗਿਆਨ ਦੇਣਾ ਕੀਤਾ ਹੈ। ਸਹਿਜ ਬਨੋਦ ਚੋਜ ਅਨੰਤਾ, ਜਿਸ ਪ੍ਰਭੂ ਦੇ ਸਹਿਜ ਸੁਭਾਵਕ ਹੀ ਸੰਸਾਰ ਦੀ ਉਤਪਤੀ ਪਰਲੋ ਰੂਪ ਵਿਨੋਦ ਤਮਾਸ਼ੇ ਨੇ ਅਤੇ ਅਨੰਤ ਹੀ ਸਤਿਗੁਰੂ ਸਾਹਿਬ ਜੀ ਕਾ ਮੇਰੇ ਤਾਈਂ ਉਹ ਚਿੰਤਾਵਾਂ ਤੋਂ ਰਹਿਤ ਕਰਨੇ ਵਾਲਾ ਪਰਮਾਤਮਾ ਮਿਲਿਆ ਹੈ। ਕਹੋ ਨਾਨਕ ਸਾਹਿਬ ਜੀ ਕਾ ਪ੍ਰਭੂ ਦੀ ਜੋ ਭਗਤੀ ਇਹ ਵਡਿਆਈ ਹੈ ਕਿਸੇ ਬੰਦੇ ਦੀ ਨਹੀਂ। ਬਹੁਰ ਬਹੁਰ ਤਿਸ ਸੰਗ ਮਨ ਰਾਚੀ, ਮੁੜ ਮੁੜ ਮੇਰਾ ਮਨ ਤਿਸ ਹਰੀ ਦੀ ਕੀਰਤਨ ਭਗਤੀ ਦੇ ਨਾਲ ਰਚ ਰਿਹਾ ਹੈ, ਜਾਂ ਮਨ ਦੀ ਬਿਰਤੀ ਉਸ ਦੀ ਮਹਿਮਾ ਦੇ ਨਾਲ ਰਚੀ ਹੋਈ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਅਚਿੰਤ ਹਮਾਰਾ ਭੋਜਨ ਪਾਓ। ਸਾਡੇ ਚਿੰਤਾ ਰਹਿਤ ਕਰਨੇ ਵਾਲੇ ਮਨੁੱਖ ਹੈ ਜਾਂ ਹੀ ਜੋ ਸਾਨੂੰ ਅਚਿੰਤ ਸਰੂਪ ਦਾ ਉਹ ਭਾਉ ਪ੍ਰਕਾਸ਼ ਹੋਇਆ ਹੈ, ਇਹੀ ਪ੍ਰਾਪਤ ਹੋਇਆ ਹੈ। ਅਚਿੰਤ ਹਮਾਰਾ ਲਿਚਨਾਓ, ਸਾਡੇ ਪਾਸ ਚਿੰਤਾਵਾਂ ਤੋਂ ਰਹਿਤ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ। ਭਾਵ ਅਸੀਂ ਪਰਮਾਤਮਾ ਦਾ ਨਾਮ ਹੀ ਜਪਦੇ ਹਾਂ, ਜਾਂ ਅਸੀਂ ਪਰਮਾਤਮਾ ਦਾ ਨਾਮ ਲੈਣ ਕਰਕੇ ਚਿੰਤਾਵਾਂ ਤੋਂ ਰਹਿਤ ਹੋ ਗਏ ਹਾਂ। ਅਚਿੰਤ ਹਮਾਰਾ ਸ਼ਬਦ ਉਧਾਰ, ਚਿੰਤਾਵਾਂ ਤੋਂ ਰਹਿਤ ਕਰਨ ਵਾਲਾ ਪ੍ਰਭੂ ਸਾਡੇ ਤਾਈਂ ਗੁਰਾਂ ਦੇ ਉਪਦੇਸ਼ ਦੁਆਰਾ ਸਾਨੂੰ ਉਧਾਰਿਆ ਤਾਰਿਆ ਹੈ। ਅਚਿੰਤ ਹਮਾਰਾ ਭਰੇ ਭੰਡਾਰ, ਸਾਡੇ ਪਾਸ ਚਿੰਤਾਵਾਂ ਤੋਂ ਰਹਿਤ ਕਰਨ ਵਾਲੇ ਪ੍ਰਭੂ ਦੇ ਨਾਮ ਦੇ ਗੁਣਾਂ ਦੇ ਭੰਡਾਰ ਖਜ਼ਾਨੇ ਭਰੇ ਹੋਏ ਹਨ। ਅਚਿੰਤ ਹਮਾਰਾ ਕਾਰਜ ਪੂਰੇ, ਨੋਟ ਨਹੀਂ ਵੰਡਦਾ ਉਹ ਜਿਹੜਾ ਆਸ਼ੀਰਵਾਦ ਹੈ ਨੋਟਾਂ ਦਾ ਨਹੀਂ, ਜਾਂ ਉਹ ਰੋਟੀਆਂ ਨਹੀਂ ਵੰਡਦਾ ਫਿਰਦਾ, ਹੋਰ ਵੰਡਦਾ ਫਿਰਦਾ। ਦੇਣ ਨੂੰ ਤਾਂ ਪਰਮਾਤਮਾ ਕਿ ਅਸੀਂ ਆਪਣੀ ਮਿਹਨਤ ਕਰਦੇ ਹਾਂ। ਜਿਹੜਾ ਮਹਾਰਾਜ ਸਾਡੇ ਕੰਮ ਲੱਖਾਂ ਦੇ ਸਵਾਰ ਦਿੰਦਾ ਹੈ, ਕੋਈ ਧੀ ਪੁੱਤ ਵਿਦਿਆ ਪੜ੍ਹ ਗਿਆ, ਲੱਖਾਂ ਰੁਪਈਏ ਰੱਬ ਨੇ ਦੇ ਦਿੱਤੇ। ਕਿਸੇ ਦੀ ਪੈਲੀ ਦਾ ਮੁੱਲ ਪਾਤਾ, ਉਹ ਬੰਦੇ ਨੇ ਥੋੜ੍ਹਾ ਪਾਇਆ, ਰੱਬ ਨੇ ਕਰੋੜਾਂ ਦੇ ਦਿੱਤਾ। ਕਿਸੇ ਨੂੰ ਘਰ ਦੇ ਦਿੱਤਾ, ਤੋ ਕਿਸੇ ਨੂੰ ਕੁਛ ਜਿਹੜਾ ਤਰ੍ਹਾਂ ਕੰਮ ਸਵਾਰ ਦਿੰਦਾ ਹੈ, ਸਸਤੇ ਦੇ ਵਿੱਚ ਥੋੜ੍ਹੇ ਵਿੱਚ ਤੇ ਲਾਭ ਜ਼ਿਆਦਾ ਕਰ ਦਿੰਦਾ। ਇਹੀ ਮਹਾਰਾਜ ਦੇ ਖਜ਼ਾਨੇ ਨੇ। ਤੋ ਇਸ ਤਰ੍ਹਾਂ ਥੋੜ੍ਹੇ ਤੋਂ ਬਹੁਤਾ ਬਣਾ ਦਿੰਦਾ ਹੈ। ਇਉਂ ਮਹਾਰਾਜ ਸਾਡੇ ਜਿਹੜੇ ਕੰਮ ਨੇ ਸਾਰੇ ਉਹੀ ਕਰ ਰਿਹਾ ਹੈ। ਗੁਰਦੁਆਰੇ ਦੇ ਕੰਮ ਤੁਰ ਦਰਗਾਹ ਵੱਲੋਂ ਹੁੰਦੇ ਨੇ। ਜੋ ਮੇਰੇ ਵਰਗਾ ਬਾਹਰੋਂ ਆ ਕੇ ਵੀ ਇੱਥੇ ਅਰਦਾਸ ਕਰੇ, ਇੱਥੋਂ ਦੇ ਲੋਕਾਂ ਦੀ ਗੱਲ ਮਸ਼ਹੂਰ ਹੈ ਵੀ ਇੱਥੋਂ ਦੇ ਬੰਦੇ ਦੀ ਘੱਟ ਸੁਣਦੇ ਨੇ, ਬਾਹਰਲੇ ਬੰਦੇ ਦੀ ਪਹਿਲ ਦੇ ਆਧਾਰ 'ਤੇ ਸੁਣਦੇ ਨੇ। ਮੈਂ ਤਾਂ ਇਹ ਵੀ ਪਰਤਾਇਆ ਕਿ ਜਿਹੜੇ ਸਾਡੇ ਵਰਗੇ ਕੱਟੜ ਖਾਲਸੇ ਨੇ, ਉਹਨਾਂ ਬਾਰੇ ਤਾਂ ਮਹਾਰਾਜ ਨੂੰ ਪਤਾ ਵੀ ਇਹ ਤਾਂ ਇੱਥੇ ਤੁਰੇ ਫਿਰਦੇ ਨੇ। ਕੋਈ ਮੋਨਾ ਕੋਨਾ ਕੋਈ ਗੈਰ ਧਰਮੀ ਵੀ ਆਵੇ, ਉਹਨੂੰ ਪਹਿਲੇ ਨੰਬਰ 'ਤੇ ਉਹਦੀ ਅਰਦਾਸ ਪੂਰੀ ਕਰਦੇ ਨੇ। ਜ਼ਰੂਰੀ ਨਹੀਂ ਵੀ ਸਾਡੀ ਅਰਦਾਸ ਹੀ ਸੁਣਨੀ ਹੈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਾਈ, ਪ੍ਰਗਟ ਭਈ ਸਗਲੇ ਜੁਗੰਤਰ, ਗੁਰੂ ਨਾਨਕ ਕੀ ਵਡਿਆਈ। ਸੋ
ਤੁਹਾਨੂੰ ਹਜ਼ਾਰਾਂ ਹੀ ਬੰਦੇ ਇਹੋ ਜਿਹੇ ਮਿਲਣਗੇ ਜਿਹੜੇ ਕਹਿਣਗੇ ਕਿ ਅੱਜ ਸਾਡਾ ਅਖੰਡ ਪਾਠ ਹੈ ਜੀ, ਭੋਗ ਪੈਣਾ ਜੀ, ਆਰੰਭ ਹੋਣਾ ਜੀ, ਸਾਡਾ ਮਹਾਰਾਜ ਨੇ ਆਹ ਕੰਮ ਸਵਾਰ ਦਿੱਤਾ। ਇਉਂ ਬਿਨਾਂ ਹੀ ਚਿੰਤਾ ਤੋਂ ਦੁਨੀਆ ਦਾ ਸੁੱਕਣੇ ਪਈ ਹੋਈ ਆ, ਇੰਨਾ ਘਾਟਾ ਪਿਆ ਹੋਇਆ ਲੋਕਾਂ ਨੂੰ, ਇੱਥੇ ਚਿੰਤਾ ਹੀ ਕੋਈ ਨਹੀਂ। ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਸਾਡੇ ਵਿਵਹਾਰਕ ਤੇ ਪਰਮਾਰਥ ਦੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਕਿ ਸਾਡੇ ਸਾਰੇ ਕੰਮ ਵਾਹਿਗੁਰੂ ਨੇ ਉਂਝ ਹੀ ਪੂਰੇ ਕਰ ਦਿੱਤੇ ਨੇ ਬਿਨਾਂ ਹੀ ਸੋਚਣ ਤੋਂ। ਜਿੱਦਣ ਗੁਰੂ ਬਣੇ ਸੀ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਆ ਕੇ ਲਾਮਾ ਦਿੱਤਾ ਸੀ ਵੀ ਸੁੱਕੀਆਂ ਰੋਟੀਆਂ ਇਸ ਤਰ੍ਹਾਂ ਕਿਸ ਤਰ੍ਹਾਂ ਕੰਮ ਬਣੇਗਾ। ਗੁਰੂ ਰਾਮਦਾਸ ਦਾ ਹੋਵੇ ਲੰਗਰ ਤੇ ਪ੍ਰਸ਼ਾਦੇ ਹੋਣ ਅੰਨ ਚੋਪੜੇ, ਨਾ ਕੋਈ ਦਾਲ ਨਾ ਭਾਜੀ ਨਾ ਗੱਲ ਨਾ ਬਾਤ। ਤਾਂ ਫਿਰ ਬੀਬੀ ਭਾਨੀ ਨੇ ਆਖਿਆ ਕਿ ਵੀਰ ਜੀ, ਪ੍ਰਿਥੀ ਨੇ ਈਰਖਾ ਦੇ ਨਾਲ ਸੰਗਤ ਨੂੰ ਵਰਗਲਾ ਲਿਆ ਹੈ, ਮਾਇਆ ਤੇਲਾ ਉਹ ਲੈ ਜਾਂਦਾ ਹੈ। ਤਾਂ ਫਿਰ ਭਾਈ ਸਾਹਿਬ ਨੇ ਪਿਪਲੀ ਸਾਹਿਬ ਚਾਦਰ ਵਿਛਾ ਕੇ ਸੰਗਤ ਕੋਲੋਂ ਜਿਹੜੀ ਕਾਬਲ ਤੋਂ ਆਈ ਸੀ ਦਸਵੰਧ ਦੀ ਭੇਟਾ ਬੁਰਾਈ ਸੀ ਤੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਲਿਆ ਕੇ ਜਾਂ ਢੇਰੀ ਕੀਤੀ। ਤੇ ਮਹਾਰਾਜ ਕਹਿੰਦੇ ਆਹ ਕੀ ਤੂੰ ਕਿੱਥੋਂ ਲਿਆਇਆ? ਕਹਿੰਦਾ ਜੀ ਇਹ ਸੰਗਤ ਹੈ, ਇਹਨੂੰ ਮੈਂ ਪ੍ਰੇਰ ਕੇ ਇਹਨਾਂ ਦੀ ਦਸਵੰਧ ਭੇਟਾ ਸਹੀ ਜਗ੍ਹਾ ਤੇ ਲਿਆ ਕੇ ਭੇਟਾ ਕੀਤੀ। ਮਹਾਰਾਜ ਕਹਿੰਦੇ ਵੀ ਇੰਨਾ ਕੰਮ ਕਰਨ ਦੀ ਕੀ ਲੋੜ ਪਈ ਸੀ? ਕਹਿਣ ਦਾ ਭਾਵ ਵੀ ਕਿਸੇ ਨੂੰ ਕਹਿਣਾ ਵੀ ਨਹੀਂ। ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜਾਂਦੇ ਉਪਾਏ ਤਾ ਘਰ ਜਿ ਆਗੇ ਕਰ ਧਰਿਆ। ਭਾਈ ਸਾਹਿਬ ਜੀ, ਤੁਸੀਂ ਕਿਉਂ ਫਿਕਰ ਕਰਦੇ ਹੋ? ਪੱਥਰਾਂ 'ਚ ਜੀਵਾਂ ਨੂੰ ਵੀ ਵਾਹਿਗੁਰੂ ਦੇ ਰਿਹਾ। ਮਹਾਰਾਜ ਦੇ ਤਾਂ ਰਿਹਾ, ਪਰ ਸਾਡਾ ਵੀ ਕੋਈ ਸਿੱਖਾਂ ਦਾ ਫਰਜ਼ ਬਣਦਾ ਹੈ ਨਾ। ਕਹਿੰਦੇ ਖਬਰਦਾਰ ਜੇ ਕਿਸੇ ਕੋਲੋਂ ਪੈਸਾ ਮੰਗਿਆ, ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ, ਰੱਬ ਕੋਲੋਂ ਵਾਹਿਗੁਰੂ ਨਾਮ ਮੰਗਣਾ। ਮਹਾਰਾਜ ਅਜੇ ਸਰੋਵਰ ਪੱਕਾ ਕਰਨਾ, ਦਰਬਾਰ ਸਾਹਿਬ ਬਣਾਉਣਾ, ਤੁਹਾਨੂੰ ਗੁਰੂ ਸਾਹਿਬਾਂ ਨੇ ਆਗਿਆ ਕੀਤੀ। ਪੈਸਾ ਜੇ ਨਵਾਂ ਪੈਸਾ ਵੀ ਕੋਲ ਨਹੀਂ ਹੈ, ਕਿਵੇਂ ਕੰਮ ਹੋਏਗਾ? ਇੰਨੀਆਂ ਵੱਡੀਆਂ ਸੇਵਾਵਾਂ। ਮਹਾਰਾਜ ਕਹਿੰਦੇ ਵੀ ਇਹ ਤਾਂ ਰੱਬ ਨੂੰ ਫਿਕਰ ਹੈ, ਤੂੰ ਕਿਉਂ ਫਿਕਰ ਕਰਦਾ ਭਾਈ ਸਾਹਿਬ? ਪਰ ਫਿਰ ਵੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਸਿੱਖੀ ਦਾ ਬੇਅੰਤ ਪ੍ਰਚਾਰ ਕੀਤਾ, ਸੰਗਤਾਂ ਨੂੰ ਪ੍ਰੇਰ ਕੇ ਗੁਰੂ ਘਰ ਲਿਆਉਂਦੇ ਰਹੇ। ਸੋ ਸਤਿਗੁਰੂ ਖੁਦ ਰੱਬ ਦਾ ਰੂਪ ਸੀਗੇ। ਤੇ ਵੇਖੋ ਕਿੰਨੀ ਗਰੀਬੀ ਦੇ ਵਿੱਚ ਮਹਾਰਾਜ ਦਾ ਨਾਮ ਗੁਰੂ ਘਰ ਦੀ ਸੇਵਾ ਪ੍ਰਾਰੰਭ ਕੀਤੀ। ਤੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਭ ਕੁਛ ਮਹਾਰਾਜ ਜੀ ਨੇ ਸਿੱਧ ਕੀਤਾ। ਇਹ ਸਤਿਗੁਰੂ ਅਰਜਨ ਦੇਵ ਜੀ ਦਾ ਆਪ ਵਰਤਾਇਆ ਹੋਇਆ ਬਚਨ ਹੈ ਕਿ ਸਾਡੇ ਜਿਹੜੇ ਕਾਰਜ ਨੇ, ਸਰੋਵਰ ਵੀ ਪੱਕਾ ਕਰਾਤਾ, ਹਰਿਮੰਦਰ ਸਾਹਿਬ ਵੀ ਬਣਾਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰਨਾ, ਪੋਥੀਆਂ ਨਹੀਂ ਸੀ ਮਿਲਦੀਆਂ, ਬਾਬਾ ਮੋਹਣ ਸਮਾਧੀ ਨਹੀਂ ਸੀ ਖੋਲਦਾ, ਉਹ ਵੀ ਪੋਥੀਆਂ ਸਾਹਿਬ ਸਾਡੇ ਪਾਸ ਪਹੁੰਚ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵੀ ਤਿਆਰ ਹੋ ਗਿਆ। ਇਉਂ ਸਾਰੇ ਕੰਮ, ਸਾਹਿਬਜ਼ਾਦਾ ਜੀ ਦੇ ਦਰਸ਼ਨ ਨਹੀਂ ਸੀ ਹੁੰਦੇ, ਵਾਹਿਗੁਰੂ ਵੱਲੋਂ ਭੇਜੇ ਹੋਏ ਸਾਹਿਬਜ਼ਾਦੇ ਵੀ ਪ੍ਰਗਟ ਹੋ ਗਏ। ਸਾਰੇ ਕੰਮ ਸਾਡੇ ਸੰਪੂਰਨ ਹੋ ਗਏ ਹਨ। ਅਚਿੰਤ ਹਮਾਰਾ ਲਥੇ ਵਸੂਰੇ, ਸਾਡੇ ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਸਾਰੇ ਝੋਰੇ ਵੀ ਲੈ ਗਏ ਨੇ। ਵੇ ਵਿਸ਼ੇਸ਼ ਕਰਕੇ ਅਗਿਆਨ ਆਦਿਕ ਸੂਰੇ ਸੂਲ ਦੁੱਖ ਆਦਿਕ ਵੀ ਲੈ ਗਏ ਹਨ। ਇਹ ਜਿਹੜਾ ਸਾਡਾ ਕੰਮ ਹੈ, ਇਹ ਕਰਨ ਲੱਗਿਆ ਨਹੀਂ ਬੰਦੇ ਨੂੰ ਇੰਨਾ ਸਵਾਦ ਆਉਂਦਾ, ਆਨੰਦ ਆਉਂਦਾ। ਪਹਿਲ ਤਾਂ ਸਿਲ ਜੋਗ ਅਲੋਣੀ ਚੱਟੀ ਹੈ, ਇੱਥੇ ਬਹਿਣਾ ਹੀ ਔਖਾ, ਬਾਕੀ ਗੱਲ ਤਾਂ ਬਾਤ ਦੀ ਹੈ। ਚੌਂਕੜਾ ਮਾਰ ਕੇ ਬੈਠਣਾ ਹੀ ਔਖਾ, ਫਿਰ ਆਪ ਦਾ ਕੰਮ ਛੱਡਣਾ। ਇਹ ਫਿੱਕਾ ਫਿੱਕਾ ਜਿਹਾ ਬੇਰਸਾ ਜਿਹਾ ਕੰਮ ਜਾਪਦਾ ਵੀ ਕੱਖ ਨਹੀਂ ਹੈ, ਪਰ ਜਦੋਂ ਮਹਾਰਾਜ ਦਿੰਦਾ, ਕਹਿੰਦੇ ਵੀ ਸ਼ਫਰ ਫਾੜ ਕੇ ਦਿੰਦਾ, ਫਿਰ ਬੰਦੇ ਕੋ ਸਾਂਭਿਆ ਵੀ ਨਹੀਂ ਜਾਂਦਾ। ਇੰਨੀ ਦਾਤ ਬਖਸ਼ਿਸ਼ ਕਰਦਾ, ਪਰ ਹੈ ਉਹਦੇ ਹੱਥ, ਉਹਨੇ ਕਦੋਂ ਦੇਣੀ ਹੈ, ਕਿਵੇਂ ਦੇਣੀ ਹੈ, ਇਹ ਹੁਣ ਉਹਨੂੰ ਪਤਾ ਹੈ। ਸਾਡਾ ਤਾਂ ਕੰਮ ਹੈ, ਕਹਿੰਦੇ ਨਾ ਵੀ ਲਗੇ ਰਹੋ,
ਔਖੇ ਸੌਖੇ ਹੋ ਕੇ ਕਿਤੇ ਨਾ ਕਿਤੇ ਰੱਬ ਸੁਣੂਗਾ ਹੀ। ਦਾਤ ਹੈ ਦਾਤ ਰੱਖੀ ਹੱਥ ਆਪਣ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸਈ। ਜਦੋਂ ਬਾਬਾ ਹਨੂਮਾਨ ਸਿੰਘ ਸਾਹਿਬ ਨੇ ਸ਼ਹੀਦੀ ਪਾਈ ਤੇ ਉਦੋਂ ਵੇਖੋ ਕੀ ਮਾਹੌਲ ਸੀ ਇਸ ਜਗ੍ਹਾ ਦਾ, ਤੇ ਅੱਜ ਤੁਹਾਡੇ ਸਾਹਮਣੇ ਹੈ। ਇਹ ਸਮੇਂ ਦੀ ਬਾਤ ਹੈ। ਕਮਾਈ ਕਰਨੀ ਤਾਂ ਔਖੀ ਹੈ, ਸਿਰ ਦੇ ਕੇ ਪੂਰਾ ਸਵਾਲ ਕਰੀਏ ਤੇ ਘਰ ਆਈ ਸਵਾਲੀ ਨੂੰ ਮੋੜੀਏ ਨਾ। ਇੰਜ ਐਸਾ ਸਤਿਗੁਰੂ ਜੀ ਮਿਲਿਆ ਤੇ ਇਸ ਨੂੰ ਸਿਰ ਸੌਂਪੀਏ। ਸਿਰ ਦੇਣ ਤੱਕ ਸਿੰਘਾਂ ਨੇ ਮਸ਼ੱਕਤਾਂ ਕੀਤੀਆਂ ਅਤੇ ਕਾਲ ਕਮਾਈ ਕੀਤੀ, ਵਾਹਿਗੁਰੂ ਜੀ ਨੂੰ ਪ੍ਰਸੰਨ ਕੀਤਾ। ਉਹਨਾਂ ਦੀ ਕਮਾਈ ਅਸੀਂ ਖਾ ਰਹੇ ਹਾਂ। ਸਾਡੇ ਬੱਚੇ ਜਿਹੜੇ ਨੇ, ਆਪਾਂ ਸੋਚਦੇ ਹਾਂ ਵੀ ਆਪਾਂ ਕਮਾਈ ਕਰਦੇ ਬੱਚਿਆਂ ਨੂੰ ਦਿੰਦੇ ਹਾਂ, ਆਪਾਂ ਵੀ ਤਾਂ ਮਾਂ ਪਿਓ ਦੀ ਬਜ਼ੁਰਗਾਂ ਦੀ ਖਾ ਰਹੇ ਹਾਂ। ਇੰਨੀ ਇਨਸਾਨ ਮਿਹਨਤ ਕਰ ਹੀ ਨਹੀਂ ਸਕਦਾ ਕਿ ਆਪਣਾ ਸਭ ਕੁਝ ਬਣਾ ਜਾਏ। ਤਾਂ ਇਸ ਵਾਸਤੇ ਇਹ ਵਾਹਿਗੁਰੂ ਦੀ ਕਿਰਪਾ ਹੈ। ਉਹਨੇ ਕਦੋਂ ਕਰਨੀ, ਕਿਹਦੇ ਤੇ ਕਰਨੀ ਹੈ, ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਵਿਸ਼ੇਸ਼ ਕਰਕੇ ਚਿੰਤਾਵਾਂ ਤੋਂ ਰਹਿਤ ਹੋਣ ਦੇ ਨਾਲ ਸਾਡੇ ਝੋਰੇ ਵੀ ਲੈ ਗਏ ਨੇ, ਅਗਿਆਨ ਆਦਿਕ ਸੂਲ ਦੁੱਖ ਆਦਿਕ ਵੀ ਲੈ ਗਏ ਹਨ, ਅਤੇ ਸਾਡੇ ਕਾਰਜ ਵੀ ਮਹਾਰਾਜ ਨੇ ਪੂਰੇ ਕਰ ਦਿੱਤੇ ਹਨ। ਚਿੰਤ ਹਮਾਰਾ ਬੈਰੀ ਮੀਤਾ। ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ। ਮੈਂ ਪ੍ਰਤਿਆਈ ਹੋਈ ਗੱਲ ਹੈ, ਬੰਦਾ ਤੁਹਾਨੂੰ ਕੋਈ ਦੁਖੀ ਕਰ ਰਿਹਾ ਨਾ, ਪਰੇਸ਼ਾਨ ਕਰ ਰਿਹਾ, ਉਹਦੇ ਨਾਲ ਲੜੋ ਨਾ, ਝਗੜੋ ਨਾ। ਕੋਈ ਹਥਿਆਰ ਦੀ ਲੋੜ ਨਹੀਂ, ਕੋਈ ਪਿਸਤੌਲ ਗਨ ਚਲਾਉਣ ਦੀ ਕੋਈ ਲੋੜ ਨਹੀਂ। ਉਹਦੇ ਤੇ ਚੌਪਈ ਸਾਹਿਬ ਦਾ ਮੰਤਰ ਮਾਰੀ ਜਾਓ ਬਸ। ਆ ਜਿਹੜੇ ਜਾਦੂ ਟੂਣਿਆਂ ਵਾਲੇ ਕਾਲੇ ਲੰਬਾਲੇ ਹੁੰਦੇ ਨੇ, ਉਹ ਤਾਂ ਮੰਤਰ ਦਿੰਦੇ ਨੇ, ਜਾਦੂ ਦਿੰਦੇ ਨੇ ਕਿ ਬੰਦੇ ਦਾ ਨੁਕਸਾਨ ਹੋ ਜਾਏ, ਉਹ ਮਰ ਜੇ। ਆਪਾਂ ਨਹੀਂ ਇਸ ਤਰ੍ਹਾਂ ਕਹਿਣਾ। ਮੂਲ ਮੰਤਰ ਪੜੋ, ਕੁਛ ਵੀ ਨਾ ਕਰੋ। ਜੋ ਤੁਹਾਡਾ ਡੇਲੀ ਦਾ ਨਿਤਨੇਮ ਹੈ, 5 ਬਾਣੀਆਂ ਹੀ ਨੇ ਭਾਵੇਂ, ਕੁਛ ਵੀ ਹੈ, ਉਹ ਪੜ੍ਹ ਕੇ ਅਰਦਾਸ ਕਰੋ ਵੀ ਇਹ ਸੱਚੇ ਪਾਤਸ਼ਾਹ, ਸਾਡਾ ਖੁਦ ਆਪ ਦਾ ਮਨ ਪਰੇਸ਼ਾਨ ਹੈ। ਕਿਉਂ ਪਰੇਸ਼ਾਨ? ਕਿਉਂਕਿ ਪਰੇਸ਼ਾਨੀ ਕਿਸੇ ਨੇ ਪਾਈ ਹੋਈ ਹੈ ਤੇ ਤੂੰ ਉਹਨੂੰ ਸਮੱਤ ਬਖਸ਼, ਉਹਦਾ ਵੀ ਭਲਾ ਕਰ, ਮੇਰੇ ਮਨ ਨੂੰ ਵੀ ਸ਼ਾਂਤੀ ਦੇ। ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਹਾਡਾ ਮਨ ਪਰੇਸ਼ਾਨ ਹੋ ਜਾਏ। ਮਹਾਰਾਜ ਵਿਪਤਾ ਤਾਂ ਲਿਆਊਗਾ, ਕਰਮਾਂ ਦਾ ਤਾਂ ਚੱਲਣਾ ਹੀ ਪੈਂਦਾ। ਤੇ ਪਰ ਉਹ ਜਿਸ ਤਰ੍ਹਾਂ ਬੰਬ ਗੋਲੀਆਂ ਛੱਪੜ 'ਚ ਡੇ ਕੇ, ਕਿਸੇ ਮਿੱਟੀ 'ਚ ਡੇ ਕੇ ਤੇ ਖਤਮ ਹੋ ਜਾਂਦੀਆਂ, ਇਸ ਤਰ੍ਹਾਂ ਦੁੱਖ ਆਊਗਾ ਜ਼ਰੂਰ, ਬੰਬ ਗੋਲੀਆਂ ਚੱਲਣਗੇ ਜ਼ਰੂਰ, ਪਰ ਉਹ ਤੁਹਾਡੇ ਤੇ ਡਿੱਗਣ ਦੀ ਬਜਾਏ ਮਿੱਟੀ 'ਚ ਡੇ ਕੇ, ਛੱਪੜ 'ਚ ਡੇ ਕੇ ਭੂਤ ਪ੍ਰੇਤ ਅੱਖਾਂ ਕੱਢਣਗੇ ਸਹੀ, ਤੇ ਪਰ ਉਹਨਾਂ ਦਾ ਅਸਰ ਨਹੀਂ ਤੁਹਾਡੇ ਤੇ ਹੋਏਗਾ। ਇਸ ਵਾਸਤੇ ਜੇ ਕੋਈ ਬੁਰਾ ਕਰਮ ਕਰਦਾ ਵੀ ਹੈ ਤੇ ਤੁਹਾਨੂੰ ਪਤਾ ਚੱਲ ਵੀ ਜਾਂਦਾ, ਤੋ ਆਪ ਦਾ ਨਿਤਨੇਮ ਕਰੋ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਫਲਾਣਾ ਸਾਡੇ ਨਾਲ ਵੈਰ ਕਰ ਰਿਹਾ ਹੈ। ਮਹਾਰਾਜ ਕਹਿੰਦੇ ਅਚਿੰਤ ਹਮਾਰੇ ਬੈਰੀ ਮੀਤਾ, ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਨਾਮ ਜਪਣ ਦੀ ਸ਼ਕਤੀ ਇਹੋ ਜਿਹੀ ਹੈ, ਬਾਣੀ ਦੇ ਨਿਤਨੇਮ ਦੀ, ਕਿ ਤੁਹਾਡੇ ਜਿਹੜੇ ਵੈਰੀ ਦੁਸ਼ਮਣ ਨੇ ਉਹ ਵੀ ਮਿੱਤਰ ਬਣ ਜਾਣਗੇ। ਸਾਡੇ ਤਾਂ ਮਹਾਰਾਜ ਕਹਿੰਦੇ ਬਣ ਗਏ ਨੇ। ਕਹਿਣ ਦਾ ਭਾਵ ਇਹ ਹੈ ਕਿ ਜਦ ਕੋਈ ਬੋਲਦਾ ਜਾਂ ਵੈਰ ਕਰਦਾ, ਤੁਸੀਂ ਨਾ ਕਰੋ, ਅਗਲੇ ਨੂੰ ਆਪੇ ਸ਼ਰਮ ਆਊਗੀ ਵੀ ਮੈਂ ਤਾਂ ਇੰਨਾ ਜ਼ੋਰ ਲਾ ਲਿਆ, ਇਹਦੇ ਤਾਂ ਅਸਰ ਹੀ ਕੋਈ ਨਹੀਂ। ਇਹ ਕੋਈ ਅੱਗੋਂ ਕਿਸੇ ਪ੍ਰਕਾਰ ਦਾ ਵੀ ਕੋਈ ਜਵਾਬ ਨਹੀਂ ਦੇ ਰਿਹਾ, ਤਾਂ ਫਿਰ ਉਹ ਆਪੇ ਹੀ ਹੰਬ ਕੇ ਹਟ ਜਾਊਗਾ, ਬੋਲ ਬਾਲ ਕੇ ਥੱਕ ਜਾਊਗਾ। ਕਿੰਨਾ ਕਿ ਕਿਸੇ 'ਚ ਜ਼ੋਰ ਹੁੰਦਾ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਤੁਸੀਂ ਆਪ ਦਾ ਕੰਮ ਕਰੀ ਜਾਓ। ਸੰਤਾਂ ਨਾਲ ਦੁਨੀਆ ਅਕਾਰਨ ਵੈਰ ਕਰਦੀ ਹੈ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਾਛੇ ਸੁਖ ਨਹੀਂ, ਮਰ ਜੰਮੇ ਬਾਰੋ ਬਾਰ। ਉਹਨੂੰ ਮਹਾਰਾਜ ਆਪੇ ਹੀ ਸਾਂਭਦਾ ਹੈ, ਪਰ ਤੁਸੀਂ ਮਹਾਰਾਜ ਦੀ ਬਾਣੀ 'ਚ ਰਹੋ। ਜਿਹੜੇ ਵੈਰੀ ਨੇ, ਦੁਸ਼ਮਣ ਨੇ, ਸ੍ਰੀ ਚੌਪਈ ਸਾਹਿਬ ਦਾ ਪਾਠ ਪੜ੍ਹਨ ਦੇ ਨਾਲ, ਮੂਲ ਮੰਤਰ ਦਾ ਸਿਮਰਨ ਕਰਨ ਦੇ ਨਾਲ, ਨਿਤਨੇਮ ਕਰਨ ਦੇ ਨਾਲ ਉਹ ਵੀ ਸਾਡੇ ਮਿੱਤਰ ਬਣ ਗਏ ਨੇ। ਤੁਸੀਂ ਵੀ ਬਣਾਉਣਾ ਚਾਹੁੰਦੇ ਹੋ
ਤੇ ਮਿੱਤਰ ਬਣਾ ਲਓ ਭਾਈ। ਜਿੰਤੋ ਹੀ ਹੋ ਮਨ ਵਸ ਕੀਤਾ, ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਹੀ ਅਸੀਂ ਆਪਣਾ ਇਹ ਜਿਹੜਾ ਮਨ ਹੈ ਆਪਣੇ ਅਧੀਨ ਕੀਤਾ ਹੋਇਆ ਹੈ। ਅਚਿੰਤ ਪ੍ਰਭੂ ਹਮ ਕੀਆਂ ਦਿਲਾਸਾਂ, ਚਿੰਤਾਵਾਂ ਤੋਂ ਰਹਿਤ ਕਰਨ ਵਾਲੇ ਪਰਮਾਤਮਾ ਨੇ ਸਾਨੂੰ ਦਿਲਾਸਾ, ਧੀਰਜ, ਹੌਸਲਾ ਦੇਣਾ ਕੀਤਾ ਹੈ। ਅਚਿੰਤ ਹਮਾਰੀ ਪੂਰਨ ਆਸਾ, ਚਿੰਤਾਵਾਂ ਤੋਂ ਰਹਿਤ ਕਰਨ ਵਾਲੇ ਪਰਮਾਤਮਾ ਨੇ ਹੀ ਸਾਡੀ ਲੋਕ ਪਰਲੋਕ ਦੀ ਸਾਰੀ ਇੱਛਾ ਮੁਰਾਦ ਪੂਰੀ ਕੀਤੀ ਹੈ। ਅਚਿੰਤ ਹਮਾ ਕਉ ਸਗਲ ਸਿਧਾਂਤ, ਸਾਡੇ ਤਾਈਂ ਚਿੰਤਾਵਾਂ ਤੋਂ ਰਹਿਤ ਕਰਨ ਵਾਲੇ ਪ੍ਰਭੂ ਨੇ ਸਾਰੇ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਨਿਚੋੜ ਸਮਝਾਉਣਾ ਕੀਤਾ ਹੈ। ਅਚਿੰਤ ਹਮ ਕਉ ਗੁਰ ਤੀਨੋ ਮੰਤਾ, ਸਾਨੂੰ ਪਤਾ ਹੀ ਨਹੀਂ ਸੀ ਵੀ ਸਾਨੂੰ ਵੀ ਆਹ ਕੰਮ ਕਰਨਾ ਪਊਗਾ, ਜਾਂ ਆਹ ਕੰਮ ਵੀ ਸਿੱਖੀ ਦਾ ਹੈ, ਜਾਂ ਕੁਛ ਕਲਾਸ ਲਾਈ ਦੀ ਜਾਂ ਧਿਆਨ ਕਰੀਦਾ। ਤੋ ਇਹ ਮਹਾਰਾਜ ਨੇ ਬਦੋ ਬਦੀ ਝੋਲੀ ਪਾਇਆ ਹੈ। ਸਿੱਖਿਆ ਤਾਂ ਕੁਛ ਹੋਰ ਹੀ ਹੈ ਤੇ ਕਰਨ ਦਾ ਤਾਂ ਕੁਛ ਹੋਰ ਹੀ ਇਰਾਦਾ ਸੀਗਾ। ਤੇ ਇਉਂ ਮਹਾਰਾਜ ਨੇ ਚਿੰਤਾਵਾਂ ਤੋਂ ਰਹਿਤ ਕਰਨ ਲਈ ਸਾਨੂੰ ਆਪਦੇ ਨਾਮ ਰੂਪੀ ਮੰਤਰ ਨੂੰ ਦੇਣਾ ਕੀਤਾ ਤੇ ਬਦੋ ਬਦੀ ਪੜਾਉਂਦਾ ਹੈ। ਇਹਨੂੰ ਪੜ੍ਹ ਭਾਈ। ਇਹ ਜਿਹੜਾ ਗੁਰਮੰਤਰ ਵਾਹਿਗੁਰੂ ਜਾਂ ਮੂਲ ਮੰਤਰ ਜਾਂ ਗੁਰਬਾਣੀ ਰੂਪ ਮੰਤਰ ਹੈ, ਇਹ ਬਦੋ ਬਦੀ ਸਾਡੀ ਝੋਲੀ 'ਚ ਪਾ ਦਿੱਤਾ ਹੈ ਚਿੰਤਾਵਾਂ ਤੋਂ ਰਹਿਤ ਕਰਨ ਵਾਸਤੇ, ਜਾਂ ਸੋਚਣ ਤੋਂ ਬਗੈਰ ਹੀ ਅਚਿੰਤ ਹੀ ਮਹਾਰਾਜ ਨੇ ਦਾਤ ਬਖਸ਼ਿਸ਼ ਕੀਤੀ ਹੈ। ਅਚਿੰਤ ਹਮਾਰੇ ਬਿਨ ਸੇ ਪੈਰ, ਸਾਰੀਆਂ ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਸਾਡੇ ਵੈਰ ਵਿਰੋਧ ਨਾਸ਼ ਹੋ ਗਏ ਨੇ। ਵੈਰ ਹੈ ਜਿਹੜਾ ਪੁਰਾਣਾ ਤੁਰਿਆ ਹੁੰਦਾ, ਕੁੱਤੇ ਤੇ ਬਿੱਲੀ ਦਾ, ਸੱਪ ਤੇ ਠੂਹੇ ਦਾ, ਇਹ ਪੁਰਾਣਾ ਵੈਰ ਹੈ। ਤੇ ਵਿਰੋਧ ਮਿੰਟ ਮਿੰਟ ਦੇ ਜਿਹੜੇ ਭਾਂਡੇ ਖੜਕਦੇ ਨੇ ਗਲੀ ਬਾਜ਼ਾਰ 'ਚ, ਘਰ ਦੇ ਵਿੱਚ, ਇੱਕ ਦੂਜੇ ਨਾਲ ਅਸੀਂ ਈਗੋ ਕਰਦੇ ਹਾਂ, ਈਰਖਾ ਕਰਦੇ ਹਾਂ, ਝਗੜਾ, ਕੰਟਰੋਵਰਸੀ, ਇਹਨੂੰ ਵਿਰੋਧ ਕਹਿੰਦੇ ਨੇ। ਇੱਕ ਕੁਰਲ ਹੁੰਦੀ, ਇੱਕ ਬੈਟਲ ਹੁੰਦੀ ਹੈ ਤੇ ਇੱਕ ਵੱਡ ਵਾਰ ਹੁੰਦੀ ਹੈ। ਵਾਰ ਹੁੰਦੀ ਹੈ ਭਾਂਬੜ ਮਚਣਾ, ਬੰਬ ਫਟਣੇ, ਪਰਮਾਣੂ ਦੇਸ਼ਾਂ ਦੀ ਵਾਰ। ਜਿਸ ਤਰ੍ਹਾਂ ਮਹਾਂਭਾਰਤ ਦਾ ਯੁੱਧ ਹੋਇਆ ਤੇ ਬੈਟਲ ਹੁੰਦੀ ਹੈ ਗਲੀ ਬਾਜ਼ਾਰ ਦੇ ਵਿੱਚ, ਮਹੱਲੇ ਦੇ ਵਿੱਚ, ਕਿਸੇ ਕੰਪਲੈਕਸ ਦੇ ਵਿੱਚ, ਬਹੁਤਿਆਂ ਦੇ ਵਿੱਚ। ਤੇ ਕੁਰਲ ਹੁੰਦੀ ਹੈ ਦੋ ਚਾਰ ਜੀਆਂ 'ਚ, ਭਾਂਡੇ ਖੜਕਣੇ। ਤੋ ਇਉਂ ਸਾਰੀ ਕੁਰਲ, ਬੈਟਲ ਤੇ ਵਾਰ ਜੋ ਕਲੇ ਕਲੇਸ਼ ਸੀਗੇ। ਮਹਾਨ ਕੋਸ਼ ਦੇ ਕਰਤਾ ਸਰਦਾਰ ਕਾਹਨ ਸਿੰਘ ਨਾਭਾ ਨੇ 5 ਕਲੇਸ਼ ਲਿਖੇ ਨੇ ਕਲਯੁਗ ਦੇ: ਅਵਿਦਿਆ, ਅਸਮਤਾ, ਅਭਿਨਵੇਸ਼, ਰਾਗ ਦੇ ਦੁਆਇ। ਤੋ ਇਉਂ ਕਲ ਨਾਮ ਕਲਪਨਾ ਦਾ ਵੀ ਹੈ, ਜਿਹੜਾ ਕਲਪਦੇ ਰਹਿਣਾ, ਹਮੇਸ਼ਾ ਸੜਦੇ ਰਹਿਣਾ, ਕੁੱਟਦੇ ਰਹਿਣਾ। ਤੋ ਕਿਸੇ ਨੂੰ ਮਾਰਤਾ, ਕਿਸੇ ਕੋਲ ਦੋ ਖਾ ਲਈਆਂ, ਕਿਸੇ ਦੀ ਗੱਲ ਕਰ ਦਿੱਤੀ ਤੇ ਕਿਸੇ ਕੋਲ ਪੱਗ ਲਵਾ ਲਈ, ਫਿਰ ਕਹਿਣਾ ਮੇਰੀ ਪੱਗ ਲਈ। ਬੰਦੇ ਦੇ ਆਪ ਦੇ ਹੱਥ ਹੈ ਆਪ ਦੀ ਇੱਜ਼ਤ ਕਰਾਉਣੀ। ਬੋਲੋ ਘੱਟ, ਕਿਸੇ ਦੀ ਚੁਗਲੀ ਨਾ ਮਾਰੋ। ਤੋ ਇਸ ਵਾਸਤੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਨੇ ਇਹ ਪਰੇਸ਼ਾਨੀ ਦਾ ਕਾਰਨ ਹੁੰਦੇ ਹਨ। ਮਹਾਰਾਜ ਕਹਿੰਦੇ ਨੇ ਕਿ ਇਹ ਸਾਡੇ ਜਿਹੜੇ ਵੈਰ ਨੇ, ਅਗਿਆਨ ਦੇ, ਭਰਮਾਦਿਕ ਦੇ, ਕਲਪਨਾ, ਕਲੇਸ਼, ਵੈਰ ਵਿਰੋਧ, ਇਹ ਸਾਰੇ ਸਾਡੇ ਮਨ ਦੇ ਵਿੱਚੋਂ ਦੂਰ ਹੋ ਗਏ ਹਨ। ਅਚਿੰਤ ਹਮਾਰੇ ਮਿਟੇ ਅੰਧੇਰ, ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਸਾਡੇ ਅੰਦਰੋਂ ਅਗਿਆਨ ਆਦਿਕ, ਭਰਮ ਆਦਿਕ ਦੇ ਹਨੇਰੇ ਵੀ ਮਿਟ ਗਏ ਨੇ। ਹਨੇਰਾ ਇੱਕ ਦੁੱਖ ਦਾ ਕਾਰਨ ਹੈ। ਲਾਈਟ ਜਗਦੀ ਹੋਵੇ ਤੇ ਬੜਾ ਚੰਗਾ ਲੱਗਦਾ, ਸੋਹਣਾ ਲੱਗਦਾ, ਸੋਹਣੀ ਹਵਾ ਆ ਰਹੀ ਹੈ, ਦਰਵਾਜ਼ਾ ਖੁੱਲਿਆ ਹੈ, ਉਹ ਕੁਦਰਤੀ ਫੀਲਿੰਗਸ ਅੱਛੀਆਂ ਹੁੰਦੀਆਂ ਨੇ। ਜੇ ਸਭ ਕੁਛ ਹੀ ਬੰਦ ਹੋਵੇ, ਬੰਦਾ ਹੋਵੇ ਭਾਵੇਂ ਕੁਛ ਵੀ ਨਾ, ਉਹ ਹੀ ਔਖਾ ਜਿਹਾ ਰਹਿੰਦਾ ਹੈ। ਤੋ ਕਹਿਣ ਤੋਂ ਮੁਰਾਦ ਜਿਹੜਾ ਸੂਰਜ ਹੈ ਇਹ ਖੁਸ਼ੀ ਦਾ ਜਨਾਇਕ। ਰਾਤ ਪੈ ਗਈ ਹੈ, ਚੰਗਾ ਭਲਾ ਬੰਦਾ ਡਰਨ ਲੱਗ ਪੈਂਦਾ, ਲਾਈਟ ਜਗਾ ਦਿਓ, ਡਰ ਖਤਮ ਹੋ ਜਾਂਦਾ। ਤੋ ਇਸ ਤਰ੍ਹਾਂ ਕਈ ਤਾਂ ਜਗਾ ਕੇ ਹੀ ਸੌਂਦੇ ਨੇ, ਕਹਿੰਦੇ ਸਾਨੂੰ ਡਰ ਲੱਗਦਾ।
ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਜਿਹੜਾ ਹਨੇਰਾ ਹੈ ਅਗਿਆਨ ਆਦਿਕ ਦਾ, ਭਰਮ ਆਦਿਕ ਦਾ, ਇਹ ਵੀ ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਸਾਡੇ ਅੰਦਰੋਂ ਮਿਟ ਗਿਆ। ਕੋਟ ਸੂਰ ਨਾਨਕ ਪ੍ਰਗਾਸ, ਮਹਾਰਾਜ ਦਾ ਨਾਮ ਜਪਣ ਦੇ ਨਾਲ ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਅਚਿੰਤੋ ਹੀ ਮਨ ਕੀਰਤਨ ਮੀਠਾ, ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਹੀ ਸਾਡੇ ਮਨ ਹਿਰਦੇ ਵਿੱਚ ਪ੍ਰਭੂ ਦਾ ਕੀਰਤਨ ਜਸ ਮਿੱਠਾ ਪਿਆਰਾ ਲੱਗਾ ਹੈ। ਅਚਿੰਤੋ ਹੀ ਪ੍ਰਭ ਘਟ ਘਟ ਡੀਠਾ, ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਹੀ ਅਸੀਂ ਪਰਮਾਤਮਾ ਨੂੰ ਸਾਰੇ ਸਰੀਰਾਂ ਵਿੱਚ ਵਿਆਪਕ ਵੇਖਿਆ ਹੈ। ਅਚਿੰਤ ਮਿਟਿਓ ਹੈ ਸਗਲੋ ਭਰਮਾ, ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਸਾਡੇ ਅੰਦਰੋਂ ਸਾਰਾ ਭਰਮ ਮਿਟ ਗਿਆ ਹੈ। ਅਚਿੰਤ ਵਸਿਓ ਮਨ ਸੁਖ ਬਿਸਰਾਮਾ, ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਜਦੋਂ ਸਾਡੇ ਅੰਦਰ ਪ੍ਰਭੂ ਵਸ ਗਿਆ, ਭਾਵ ਸਾਖਸ਼ਾਤ ਹੋ ਗਿਆ, ਤਦੋਂ ਅਸੀਂ ਹਿਰਦੇ ਵਿੱਚ ਹੀ ਆਨੰਦ ਸਰੂਪ ਅੰਦਰ ਅਸਥਿਤੀ ਪਾਉਣਾ ਕੀਤੀ ਹੈ। ਅਚਿੰਤ ਹਮਾਰਾ ਅਨਹਤ ਵਾਜੇ ਵਾਜੈ, ਸਾਰੀਆਂ ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਸਾਡੇ ਹਿਰਦੇ ਅੰਦਰ ਜਿਹੜੇ ਬਾਹਰਲੇ ਵਾਜੇ ਵੱਜਦੇ ਨੇ ਉਹ ਸਾਡੇ ਅੰਦਰ ਹੀ ਵੱਜਣ ਲੱਗ ਪਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਜੇ ਅਨਹਦ ਤੂਰੀ, ਬਾਹਰਲੇ ਵਾਜੇ ਤਾਂ ਪੁਰਾਣੇ ਹੋ ਜਾਂਦੇ, ਖੜਕ ਜਾਂਦੇ ਨੇ। ਅੱਜ ਤਰ੍ਹਾਂ ਸਾਡੇ ਵਾਜੇ ਨੇ ਬਸੁਰੇ ਜੇ ਹੋ ਜਾਂਦੇ, ਉਹਨਾਂ ਨੂੰ ਸੁਰ ਕਰਾਉਣਾ ਪੈਂਦਾ, ਟੁੱਟ ਟੱਟ ਜਾਂਦੇ ਨੇ, ਬੜੇ ਮੋਟੇ ਨੇ। ਆ ਜਗਰਾਤੇ 'ਚ ਤਾਂ ਇੰਨੇ ਕੰਨ ਪਾੜ ਵੀ ਬਸੁਰੇ 'ਚ ਹੁੰਦੇ, ਖਲੋਣ ਨਹੀਂ ਜੀ ਨਹੀਂ ਕਰਦਾ, ਖੱਬ ਜਾਂਦਾ ਸਿਰ। ਆ ਡੀਜੇ ਵੱਜਦਾ ਹੋਵੇ, ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ। ਕਈ ਵਾਰ ਮੈਂ ਖਲੋ ਕੇ ਸਮਝਣ ਦੀ ਕੋਸ਼ਿਸ਼ ਕੀਤੀ ਵੀ ਇਹ ਨੱਚ ਰਹੇ ਨੇ, ਗਾ ਰਹੇ ਨੇ। ਪੁਰਾਣਾ ਟਾਈਮ ਹੁੰਦਾ ਸੀਗਾ, ਚਲੋ ਵਿਆਹ 'ਚ ਬੰਦਾ ਖੁਸ਼ੀ ਗਾਣੇ ਮਾਣੇ ਲਾਉਂਦਾ ਹੀ ਹੈ, ਕੋਈ ਸਮਝ ਤਾਂ ਆਵੇ ਵੀ ਲੱਗਾ ਕੀ ਹੈ। ਮੂਰਖ ਦੁਨੀਆ, ਮੈਨੂੰ ਮਾਫ ਕਰਨਾ, ਕੋਈ ਪੰਕਤੀ ਪੂਰੀ ਕਰਨੀ ਨਹੀਂ ਪਿਓ ਦੇ ਪੁੱਤਾਂ ਨੇ। ਵੀ ਕੋਈ ਚੀਜ਼ ਪ੍ਰਕਰਨ 'ਚ ਬੋਲਣਾ, ਕੋਈ ਸਿੱਖਿਆਦਾਇਕ ਕੁਛ ਨਾ ਕੁਛ ਉਹਦੇ 'ਚ ਹੋਵੇ, ਤੇ ਬਸ ਰੌਲਾ ਹੀ ਹੈ। ਤੇ ਰੌਲਾ ਵੀ ਇੰਨਾ ਡਿਸਟਰਬੈਂਸ ਵਾਲਾ ਵੀ ਖੁਸ਼ੀ ਕੀ ਹੈ, ਬੰਦੇ ਦੇ ਸਿਰ ਨੂੰ ਫਾੜਨ ਵਾਲਾ, ਉਹ ਬਿਮਾਰ ਕਰਨ ਵਾਲਾ ਹੈ। ਕੋਈ ਬਜ਼ੁਰਗ, ਕੋਈ ਬਿਮਾਰ ਬੰਦਾ, ਉਹ ਤਾਂ ਉਹ ਪਰੇਸ਼ਾਨ ਹੋ ਜੂ। ਕੋਈ ਲੈਣ ਪੂਰੀ ਨਹੀਂ ਕਰਨੀ, ਕੋਈ ਪ੍ਰਕਰਨ ਨਹੀਂ ਹੈ, ਕੋਈ ਸਿੱਖਿਆ ਨਹੀਂ ਹੈ। ਤੋ ਇਸ ਵਾਸਤੇ ਸੰਸਾਰ ਦਾ ਰੌਲਾ ਤਾਂ ਪਰੇਸ਼ਾਨੀ ਦਾ ਕਾਰਨ ਹੈ, ਕੋਈ ਸੁੱਖ ਵਾਲਾ ਨਹੀਂ, ਕੋਈ ਮਨੋਰੰਜਨ ਨਹੀਂ ਹੈ। ਸਾਡੇ ਧੀਆਂ ਪੁੱਤ, ਮੁੰਡੇ ਕੁੜੀਆਂ ਸਿਨੇਮੇ ਜਾਂ ਹੋਰਨਾਂ ਪਾਸਿਆਂ ਦਾ ਗਾਣਾ ਬਾਣਾ ਸੰਗੀਤ ਸੁਣ ਕੇ ਹੀ ਵਿਗੜਦੇ ਨੇ। ਜਿਹੜਾ ਮਹਾਰਾਜ ਦਾ ਅੰਦਰਲਾ ਸੰਗੀਤ ਹੈ ਉਹ ਵੀ ਵਾਜੇ ਗਾਜੇ, ਪਰ ਉਹ ਹੈ ਬਰੀਕ, ਸੁਖਮਈ, ਆਨੰਦ ਵਾਲਾ। ਤੇ ਜੇ ਮਹਾਰਾਜ ਦੀ ਬਾਣੀ ਵਿੱਚ ਮਿਲ ਜਾਏ, ਜਿਸ ਤਰ੍ਹਾਂ ਕੀਰਤਨ ਰਾਗੀ ਸਿੰਘ ਆਉਂਦੇ ਨੇ, ਫਿਰ ਹੋਰ ਆਨੰਦ ਵਾਲਾ। ਜੇ ਮਹਾਰਾਜ ਦਾ ਨਾਮ ਕੰਟੀਨਿਊ ਇੱਕ ਰਸ ਵਿੱਚ ਮਿਲ ਜਾਏ ਤਾਂ ਫਿਰ ਹੋਰ ਚੜ੍ਹਦੀ ਕਲਾ। ਇਉਂ ਇਹਦਾ ਅਰਥ, ਜਿਹੜੇ ਵਾਜੇ ਵੱਜਣ ਦਾ ਅਰਥ ਗੁਰਬਾਣੀ ਵਿੱਚ ਆਉਂਦਾ ਹੈ, ਕਜਾ ਪ੍ਰਤੱਖ ਸੁਣ ਲਏ, ਕਜਾ ਅੰਦਰਲੇ ਗੱਲ ਤਾਂ ਇੱਕੋ ਹੀ ਹੈ। ਨਿਰੇ ਵਾਜਿਆਂ ਨੂੰ ਸੁਣਨਾ ਇਹ ਤਾਂ ਜੋਗੀ ਲੋਕ ਕਰਦੇ ਨੇ। ਅਸੀਂ ਅਰਥ ਕਰਦੇ ਹੁੰਦੇ ਹਾਂ ਕਿ ਨਾਮ ਦੇ ਵਾਜੇ ਵੱਜ ਆਏ ਨੇ। ਜੋ ਵਾਹਿਗੁਰੂ 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 ਦਾ ਨਾਮ ਇੱਕ ਰਸ ਅੰਦਰੋਂ ਸੁਣਨਾ ਹੈ, ਇਹੀ ਵਾਜੇ ਵੱਜਣੇ ਹਨ। ਤੇ ਬਹੁਤ ਆਨੰਦਮਈ, ਐਨ ਸ਼ਾਂਤਮਈ ਸੁਰ ਵਾਲੀ ਧੁਨੀ ਹੈ। ਅੱਜ ਜਿਸ ਤਰ੍ਹਾਂ ਜਿਹੜੇ ਜਗਜੀਤ ਸਿੰਘ ਜੀ ਨੇ ਗਜ਼ਲ ਗਾਇਕ, ਉਹਨਾਂ ਦੀ ਰਿਕਾਰਡਿੰਗ ਵਾਹਿਗੁਰੂ ਵਾਹਿਗੁਰੂ ਦੀ, ਇਕੱਲੇ ਵਾਹਿਗੁਰੂ ਦੀ, ਔਰ ਇੰਨੀ ਮਿੱਠੀ ਤੇ ਪਿਆਰ ਵਾਲੀ ਧੁਨੀ ਹੈ। ਇਹਦੇ ਤੋਂ ਵੀ ਬਰੀਕ ਆਵਾਜ਼ ਔਰ ਬਹੁਤ ਆਨੰਦ ਵਾਲੀ ਹੈ, ਜਿਹਦੇ ਅੰਦਰ ਮਹਾਰਾਜ ਨੇ ਇਹ ਵਜਾਏ ਨੇ। ਕਹਿੰਦੇ ਉਹਨੂੰ ਆਨੰਦ ਬਣਿਆ ਹੈ ਤੇ ਚਿੰਤਾ ਤੋਂ ਰਹਿਤ, ਬਿਨਾਂ ਸੋਚਣ ਤੋਂ ਵੱਜ ਆਏ ਨੇ। ਅਚਿੰਤ ਹਮਾਰਾ ਗੋਬਿੰਦ ਗਾਜੈ, ਗੋਬਿੰਦ ਗਾਜੇ ਦਾ ਅਰਥ ਅਸੀਂ ਕਰਦੇ ਹਾਂ ਦਸਵਾਂ ਦੁਆਰ ਗੁਰ ਸ਼ਬਦੀ ਗੋਬਿੰਦ ਗਜਿਆ। ਉਹ ਹਉਮੈ ਦਾ ਪਰਦਾ ਪਾੜਦਾ ਹੈ। ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਸਾਡੇ ਹਿਰਦੇ ਅੰਦਰ ਪ੍ਰਭੂ ਗੱਜ ਗਿਆ, ਪ੍ਰਗਟ ਹੋ ਆਇਆ ਹੈ। ਸੋ
ਜੋ ਦਸਾਂ ਇੰਦਰੀਆਂ ਦਾ ਪ੍ਰਕਾਸ਼ਕ ਵਾਹਿਗੁਰੂ ਅੰਦਰ ਸਾਖਸ਼ਾਤ ਤੇ ਉਹ ਨਗਾਰਾ ਚੁੱਪ ਚਪੀਤੇ ਨਹੀਂ ਹੁੰਦਾ। ਜਿਸ ਤਰ੍ਹਾਂ ਲਾੜਾ ਨੂੰ ਵਿਆਹੁਣ ਲਈ ਨੱਚਦਾ ਚਿਹਰੇ ਲਾ ਕੇ ਕਲਗੀ ਲਾ ਕੇ ਬੈਂਡ ਬਾਜਿਆਂ ਨਾਲ ਆਉਂਦਾ ਕਿ ਉਹ ਰੱਬ ਜਦ ਆਉਂਦਾ ਹਿਰਦੇ 'ਚ ਤੇ ਗੱਜ ਵੱਜ ਕੇ ਪ੍ਰਗਟ ਹੋ ਜਾਂਦਾ ਹੈ। ਚਿੰਤ ਹਮਾਰਾ ਮਨ ਪਤੀਆਨਾ, ਚਿੰਤਾਵਾਂ ਤੋਂ ਰਹਿਤ ਹੋਣ ਕਰਕੇ ਸਾਡੇ ਮਨ ਨੇ ਪਰਮੇਸ਼ਰ 'ਚ ਪਤੀਜਨਾ ਕੀਤਾ ਹੈ। ਨਿਹਚਲ ਪ੍ਰਭੂ ਚਿੰਤਾ ਤੋਂ ਰਹਿਤ ਹੋਣ ਕਰਕੇ ਹੀ ਪਹਿਚਾਨਣਾ ਕੀਤਾ ਹੈ। ਚਿੰਤੋ ਭਜਿਓ ਸਗਲ ਰਹਿਤ ਹੋਣ ਕਰਕੇ ਸੰਪੂਰਨ ਹੀ ਗਿਆਨ ਉਤਪਨ ਹੋਇਆ ਹੈ। ਚਾਰੀ ਹੱਥ ਹਰ ਹਰ ਟੇਕਾ, ਕਿ ਸਾਡੇ ਹੱਥ ਵਿੱਚ ਹਰੇ ਭਰੇ ਕਰਨ ਵਾਲੇ ਹਰੀ ਪ੍ਰਮਾਤਮਾ ਦੀ ਓਟ ਚੜੀ ਹੈ, ਭਾਵ ਪ੍ਰਭੂ ਦੀ ਓਟ ਮਿਲੀ ਹੈ, ਜਾਂ ਹਰੇ ਭਰੇ ਕਰਨ ਵਾਲੇ ਪ੍ਰਭੂ ਦੀ ਟੇਕ ਲੈਣ ਕਰਕੇ ਹੀ ਇਹ ਅਚਿੰਤ ਅਵਸਥਾ ਸਾਡੇ ਹੱਥ ਚੜੀ ਹੈ। ਚਿੰਤ ਪ੍ਰਭੂ ਤੁਰ ਲਿਖਿਆ ਲੇਖਾ, ਚਿੰਤਾਵਾਂ ਤੋਂ ਰਹਿਤ ਕਰਨ ਵਾਲੇ ਪਰਮਾਤਮਾ ਨੇ ਤੁਰੋਂ ਹੀ ਸਾਡੇ ਮੱਥੇ ਉੱਪਰ ਸ੍ਰੇਸ਼ਟ ਲੇਖ ਲਿਖਿਆ ਹੈ। ਚਿੰਤ ਮਿਲਿਓ ਪ੍ਰਭ ਠਾਕੁਰ ਏਕਾ, ਜਿਸ ਕਰਕੇ ਚਿੰਤਾਵਾਂ ਤੋਂ ਰਹਿਤ ਕਰਨ ਵਾਲਾ ਅਦੁੱਤੀ ਮਾਲਕ ਪਰਮਾਤਮਾ ਮਿਲ ਗਿਆ ਹੈ। ਚਿੰਤ ਅਚਿੰਤਾ ਸਗਲੀ ਗਾਈ, ਜਿਹੜਾ ਗੁਰਦੁਆਰਾ ਹੈ ਇਹ ਕਿਉਂ ਬਣਾਇਆ ਹੈ ਕਿ ਅਸੀਂ ਘਰ ਦੀਆਂ ਚਿੰਤਾਵਾਂ ਤੋਂ ਇੱਥੇ ਆ ਕੇ ਮੁਕਤ ਹੋ ਜਾਈਏ। ਤੁਸੀਂ ਪੰਡ ਚਿੰਤਾ ਦੀ ਲਿਆਓ, ਇੱਥੇ ਸੁੱਟ ਕੇ ਬੈਠ ਜਾਓ, ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਨਗੇ। ਘੱਟੋ ਘੱਟ 5-10 ਮਿੰਟ, ਘੜੀ ਘੰਟਾ ਇੰਨਾ ਕੁ ਰਾਹਤ ਤਾਂ ਮਿਲੇਗੀ। ਬਾਕੀ ਜਿਵੇਂ ਜਿਵੇਂ ਸਮਾਂ ਵਧਾਉਂਗੇ ਮਨ ਟਿਕੀ ਜਾਊਗਾ ਤੇ ਸੋਚੀ ਜਾਣਾ, ਇਕੱਲੇ ਬੈਠ ਕੇ ਘਰ ਬੈਠੇ ਵੇਖੀ ਜਾਣਾ ਛੱਤ ਵੱਲ ਚਾਰ ਸਵੇਰੇ। ਤੋਂ ਇਸ ਤਰੀਕੇ ਦੇ ਨਾਲ ਚਿੰਤਾ ਦੇ ਸਹਿਤ ਹੋਣ ਦੇ ਨਾਲ ਉਮਰ ਘਟਦੀ ਹੈ। ਜੇ ਗੁਰੂ ਘਰ ਆ ਕੇ ਸੇਵਾ ਕਰਾਂਗੇ, ਮਹਾਰਾਜ ਦਾ ਨਾਮ ਜਪਾਂਗੇ, ਕੀਰਤਨ ਸੁਣਾਂਗੇ ਤੇ ਇਹ ਅਵਸਥਾ ਪ੍ਰਾਪਤ ਹੋਵੇਗੀ ਜੋ ਗੁਰੂ ਸਾਹਿਬ ਜ਼ਿਕਰ ਕਰ ਰਹੇ ਨੇ ਕਿ ਚਿੰਤਾਵਾਂ ਤੋਂ ਰਹਿਤ ਸਰੂਪ ਨੂੰ ਪ੍ਰਾਪਤ ਕਰਕੇ ਸਾਡੀ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ, ਸਾਰੀ ਚਿੰਤਾ ਸੋਚ ਚਲੀ ਗਈ ਹੈ। ਸਹਿਤ ਅਤੇ ਬੇਫਿਕਰੀ ਇਹ ਦੋਨੋਂ ਦੀ ਨਿਮਰਤੀ ਹੋ ਗਈ ਹੈ। ਪ੍ਰਭ ਨਾਨਕ 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 ਮਾਈ। ਮਹਾਰਾਜ ਕਥਨ ਕਰਦੇ ਕਿ ਸ੍ਰੀ ਗੁਰੂ ਰਾਮਦਾਸ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸੀ ਉਸ ਹੋ ਗਏ ਹਾਂ। 3 ਵਾਰ ਨਾਨਕ ਦਾ ਅਰਥ ਗੁਰੂ ਸਾਹਿਬਾਂ ਦਾ ਜਨਾਇਕ, ਇੱਕ ਨਾਨਕ ਦਾ ਅਰਥ ਸ੍ਰੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਨੇ, ਦੂਜੇ ਨਾਨਕ ਦਾ ਅਰਥ ਗੁਰੂ ਰਾਮਦਾਸ ਜੀ ਤੇ ਤੀਜੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਕਿਰਪਾ ਹੋਈ ਹੈ। ਇਸੇ ਪ੍ਰਕਾਰ ਚਿੰਤ ਅਚਿੰਤਾ ਸਗਲੀ ਗਾਈ, ਅਚਿੰਤ ਪ੍ਰਭੂ ਨੂੰ ਪਾ ਕੇ ਸਾਡੀ ਸਾਰੀ ਚਿੰਤਾ ਚਲੀ ਗਈ ਹੈ। ਪ੍ਰਭ ਨਾਨਕ 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 ਮਾਈ। ਨਾਨਕ ਸਤਿਗੁਰੂ ਜੀ ਕਥਨ ਕਰਦੇ ਨੇ, ਨਾਨਕ ਪ੍ਰਭੂ ਸ੍ਰੀ ਗੁਰੂ ਨਾਨਕ ਦੇਵ ਰੂਪ ਹੈ ਅਤੇ ਨਾਨਕ ਮਈ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਭੂ ਸਰੂਪ ਨੇ। ਇਉਂ ਅਸੀਂ ਏਕਤਾ ਪਾਉਣਾ ਕੀਤੀ ਹੈ, ਨਾ ਅਨਕ ਅਨੇਕਤਾ ਤੋਂ ਰਹਿਤ ਤੇ ਨਾ ਅਨ ਅਕ, ਪੁਰਖ ਰਹਿਤ ਦੁੱਖ ਪਾਵ, ਦੁੱਖਾਂ ਤੋਂ ਰਹਿਤ ਪੁਰਖ ਪਰਮਾਤਮਾ ਹੀ ਮੇਰਾ ਮਈ ਸਰੂਪ ਹੈ। ਅਨਕ ਰਹਿਤ ਪਰਮਾਤਮਾ ਜੋਈ, ਨਾਨਕ ਨਾਮ ਸਾ ਕਹਾਵੈ ਸੋਈ, ਅਨਕੰਗ ਨਾ ਵਿਦਤੇ ਜਸ ਮਨਸਾ ਸਾ ਨਾਨਕ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਚਿੰਤ ਅਚਿੰਤਾ ਸਗਲੀ ਗਾਈ, ਪ੍ਰਭ ਨਾਨਕ 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 ਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ